ਜੇ ਤੁਸੀਂ ਭਗਵੰਤ ਮਾਨ ਦੀ ਮਗਰਲੀ 10 ਸਾਲ ਦੀ ਸਿਆਸਤ ਦੇਖੋ, ਇਹਨਾਂ ਨੇ ਕਿੰਨੀਆਂ ਪਾਰਟੀਆਂ ਬਦਲੀਆਂ ਆਪ। ਸੰਗਰੂਰ ਤੋਂ ਬਾਅਦ ਇੱਕ ਤਰ੍ਹਾਂ ਦਾ ਜਿੱਦਾਂ ਵਿਦਿਆਰਥੀਆਂ ਦਾ ਪਰਚਾ ਹੁੰਦਾ ਹੈ, ਮੈਂ ਕਹਾਂਗਾ ਕਿ ਇਮਤਿਹਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਲਈ। ਜਿਸ ਤਰ੍ਹਾਂ ਸੰਗਰੂਰ ਇਹਨਾਂ ਦੇ ਹੱਥੋਂ ਗਿਆ, ਜਲੰਧਰ ਦੇ ਵਿੱਚ ਕੀ ਕਾਰਗੁਜ਼ਾਰੀ ਹੈ ਤਾਂ ਜਿੱਦਾਂ ਮੈਂ ਕਿਹਾ ਕਿ ਦੁਆਬੇ ਦੇ ਲੋਕ ਹੀ ਦੱਸਣਗੇ। ਭਾਜਪਾ ਵੀ ਤੇ ਆਮ ਆਦਮੀ ਪਾਰਟੀ, ਇਹਨਾਂ ਨੂੰ ਲੀਡਰ ਵੀ ਚੋਣ ਦੇ ਮੌਕੇ ਤੇ ਦੂਜੀਆਂ ਪਾਰਟੀਆਂ ਚੋਂ ਲਿਆਉਣੇ ਪਏ। 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਅਕਾਲੀ ਦਲ ਦੇ ਲਈ ਪਹਿਲਾ ਰਾਹ ਸੀ ਇੱਕ ਪੈਂਤੜਾ ਫੈਸਲਾ ਇਮਤਿਹਾਨ ਕਿ ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਬਾਅਦ ਅਕਾਲੀ ਦਲ ਕਿਹੋ ਜਿਹੀ ਸਥਿਤੀ 'ਚੋਂ ਨਿਕਲੇਗਾ। ਉਹਨਾਂ ਨੂੰ ਤਾਂ ਸਿਰਫ ਇੱਕੋ ਗੱਲ ਸਤਾ ਰਹੀ ਹੈ ਕਿ ਸਾਨੂੰ ਕਿਸੇ ਤਰ੍ਹਾਂ ਭਾਜਪਾ ਦਾ ਦੁਬਾਰਾ ਸਾਥ ਮਿਲ ਜਾਏ, ਉਹ ਸਾਨੂੰ ਸਪੋਰਟ ਸਾਡੇ ਤੋਂ ਲੈ ਲੈਣ ਔਰ ਸਾਨੂੰ ਕਿਸੇ ਤਰ੍ਹਾਂ ਰਾਜ ਭਾਗ ਮਿਲ ਜਾਏ ਤੇ ਸਾਡਾ ਹੱਥ ਜਿਹੜਾ ਹੈ ਸਰਕਾਰ ਦੀ ਤਿਜੋਰੀ ਨੂੰ ਪੈ ਜਾਏ। ਤੇ ਭਾਜਪਾ ਵਾਲੇ ਜਿੱਦਾਂ ਆਪਾਂ ਅਕਸਰ ਆਖਦੇ ਹੀ ਹਾਂ ਕਿ ਉਹ ਕਸਰ ਨਹੀਂ ਛੱਡਦੇ ਦੂਜਿਆਂ ਦੇ ਗਲਾਂ 'ਚ ਸਰੂਪੇ ਪਾਉਣ ਦੇ ਲਈ ਤੇ ਆਪਣੇ ਨਾਲ ਜੋੜਨ ਲਈ। ਅਕਾਲੀ ਦਲ ਚੋਂ ਲੈ ਲੈਣ, ਕਾਂਗਰਸ ਚੋਂ ਲੈ ਲੈਣ, ਕਿਸੇ ਹੋਰ ਤੇ ਚੋਂ ਲੈ ਲੈਣ। ਜੇ ਨਾ ਵੀ ਗੱਲ ਬਣੇ ਤਾਂ ਈਡੀ ਤੇ ਸੀਬੀਆਈ ਵੀ ਸੁਨੇਹਾ ਤਾਂ ਪਹੁੰਚ ਹੀ ਜਾਂਦਾ ਹੈ ਕਿ ਇਹਨਾਂ ਦੋਨਾਂ ਪਾਰਟੀਆਂ ਨੂੰ ਸਮਝ ਪੈ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕੌਮੀ ਲੀਡਰ ਨੇ ਦੂਜੀਆਂ ਪਾਰਟੀਆਂ ਦੇ, ਉਹ ਅਸਰਦਾਰ ਸਾਬਤ ਨਹੀਂ ਹੁੰਦੇ। ਉਹਨਾਂ ਨੂੰ ਲੋਕੀ ਸੁਣਨ ਦੇ ਬਹੁਤੇ ਇੱਛੁਕ ਨਹੀਂ ਜਾਂ ਉਹ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਜਦੋਂ ਸਾਡੀ ਲੀਡਰਸ਼ਿਪ ਇਸ ਤਰ੍ਹਾਂ ਦਾ ਆਪਣੇ ਫੈਸਲੇ ਲੈਣੀ ਹੁੰਦੀ ਹੈ, ਕੋਈ ਨਾ ਕੋਈ ਰਾਹ ਨਾ ਹਰਕਮਲ ਜੀ ਲੱਭ ਲੈਂਦੇ ਆ। ਜੇ ਆਪਾਂ ਬੀਬੀ ਜਗੀਰ ਕੌਰ ਦੀ ਗੱਲ ਕਰਦੇ ਹਾਂ ਤਾਂ ਉਹਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ਦੇਖੋ ਜੀ ਮੈਂ ਪੰਥਕ ਮਾਮਲਿਆਂ ਨਾਲ ਸੰਬੰਧਿਤ ਜਿਹੜਾ ਹੈਗਾ ਭਾਜਪਾ ਦੀ ਲੀਡਰਸ਼ਿਪ ਅੱਗੇ ਇੱਦਾਂ ਦੇ ਸਵਾਲ ਰੱਖੇ ਹੈ ਕਿ ਜੀ ਉੱਥੇ ਫਲਾਣੀ ਜਗ੍ਹਾ 'ਤੇ ਫਲਾਣਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ, ਆਹ ਸਿੱਖਾਂ ਨਾਲ ਜਾਤੀਆਂ ਹੋਈਆਂ ਉਹ ਦੂਰ ਹੋਣੀਆਂ ਚਾਹੀਦੀਆਂ, ਇੱਦਾਂ ਦਾ ਏਜੰਡਾ। ਅਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਭਾਜਪਾ ਵਾਲਿਆਂ ਨੇ ਕਿਹਾ ਵੀ ਹਾਂ ਇਹ ਗੱਲ ਅਸੀਂ ਮੰਨਾਂਗੇ। ਜਿਸ ਢੰਗ ਦੇ ਨਾਲ ਇਹ ਭਾਜਪਾ ਦੇ ਨਾਲ ਅਨਕੰਡੀਸ਼ਨਲ ਗਈ, ਭਾਜਪਾ ਦੀਆਂ ਸਰਕਾਰਾਂ ਵੀ ਬਣੀਆਂ, ਲੇਕਿਨ ਅਕਾਲੀ ਦਲ ਨੇ ਕਦੇ ਕਿਸੇ ਇਸ਼ੂ ਨੂੰ ਸਾਲਵ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਗੈਰ ਸਿਧਾਂਤਕ ਦੇ ਨਾਲ ਇਹਨਾਂ ਦਾ ਮੰਤਵ ਸਿਰਫ ਸੱਤਾ ਹਾਸਲ ਕਰਨਾ ਰਹਿ ਗਿਆ। ਬਿਲਕੁਲ ਸੱਤਾ ਹਾਸਲ ਕਰਨਾ ਸੀ, ਮੈਨੂੰ ਲੱਗਦਾ ਅੱਜ ਵੀ ਇਹੋ ਹੀ ਹੈ। ਪੰਜਾਬੀਆਂ ਨੇ 92 ਸੀਟਾਂ ਤੇ ਅਕਾਲੀਆਂ ਤੇ ਕਾਂਗਰਸ ਨੂੰ ਠੋਕਿਆ। ਯੈਸ, ਬਿਲਕੁਲ ਠੀਕ। ਉਹਨਾਂ ਦੀ ਸੋਚ ਇਹ ਸੀ, ਉਦੋਂ ਆਪ ਨੂੰ ਸੀਟਾਂ ਤੇ ਨਾ ਸੋਚ ਨਹੀਂ ਸੀ ਹੈਗੀ, ਸੋਚ ਇਹ ਸੀ ਕਿ ਇਹਨਾਂ ਨੂੰ ਠੋਕਣਾ ਹੈਗਾ। ਉਹਨਾਂ ਨੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਹਨਾਂ ਬਾਰੇ ਇਹ ਗੱਲ ਕਹਿ ਮਾਰੀ ਕਿ ਜੀ ਇਹ ਤਾਂ ਆਪ ਚਾਉਣ ਨੂੰ ਤਿਆਰ ਸੀ। ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈਗਾ, ਅਕਾਲੀ ਦਲ ਦਾ ਜਨਰਲ ਸੈਕਟਰੀ ਹੈਗਾ, ਬਾਕੀ ਸਾਰੀ ਲੀਡਰਸ਼ਿਪ ਹੈ, ਉਹ ਕਿੱਥੇ ਪੰਥਕ ਮੁੱਦਿਆਂ ਲਈ ਬੋਲ ਰਹੇ ਨੇ। ਕਿ ਭਾਜਪਾ ਨੇ ਬਹੁਤ ਚੰਗਾ ਕੀਤਾ ਮਨਪ੍ਰੀਤ ਬਾਦਲ ਨੂੰ ਲੈ ਲਿਆ, ਕਿਉਂਕਿ ਉਹਨਾਂ ਕੋਲ ਸਾਰੀਆਂ ਪਾਰਟੀਆਂ ਦਾ ਤਜਰਬਾ ਹੈ। ਸੋਚ ਜਿਹੜੀ ਹੈ ਉਹ ਸਿਰਫ ਸੱਤਾ ਨੂੰ ਹਥਿਆਉਣ ਦੀ ਹੈ। ਉਹਨਾਂ ਨੇ ਅੱਜ ਜਿਹੜਾ ਬਿਆਨ ਦਿੱਤਾ ਹੈਗਾ ਪ੍ਰਤਾਪ ਸਿੰਘ ਬਾਜਵਾ ਬਾਰੇ ਕਿ ਵੀ ਸਾਡੀ ਪਾਰਟੀ 'ਚ ਇਹਨਾਂ ਨੇ ਕਿ ਕੰਡੀਸ਼ਨ ਲਾਈ ਸੀ ਕਿ ਮੈਂ ਤੁਹਾਡੀ ਪਾਰਟੀ 'ਚ ਆਉਣ ਬਾਰੇ ਸੋਚ ਸਕਣਾ, ਪਹਿਲਾਂ ਮੈਨੂੰ ਸੀਐਮ ਕੈਂਡੀਡੇਟ ਤੁਸੀਂ ਅਨਾਉਂਸ ਕਰੋ। ਲੇਕਿਨ ਅਸਲੀਅਤ ਇਹ ਹੈ ਕਿ ਸਿਆਸਤਦਾਨਾਂ ਦਾ ਹਾਲ ਇਹੋ ਜਿਹਾ ਹੀ ਹੈ। ਵਾਰਸਤਵਾਰ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਤੇ ਸਾਡੇ ਨਾਲ ਸੀਨੀਅਰ ਜਰਨਲਿਸਟ ਕਮਲਜੀਤ ਸਿੰਘ, ਸਾਡੇ ਦੋਨਾਂ ਵੱਲੋਂ ਸਤਿ ਸ਼੍ਰੀ ਅਕਾਲ। ਅਸੀਂ ਦਰਸ਼ਕਾਂ ਦੀ ਕਚਹਿਰੀ 'ਚ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹੋਏ ਹਾਂ ਹਫ਼ਤਾਵਾਰ ਦੇ ਵੱਡੇ ਮੁੱਦਿਆਂ ਨੂੰ ਲੈ ਕੇ, ਕੌਮੀ ਕੌਮਾਂਤਰੀ ਜਾਂ ਸੂਬਾਈ ਪੱਧਰ 'ਤੇ ਹੋਣ। ਪਰ ਇਹ ਜ਼ਰੂਰ ਹੈ ਕਿ ਜਦੋਂ ਹੁਣ ਆਪਾਂ ਜ਼ਿਕਰ ਕਰ ਰਹੇ ਹਾਂ ਤਾਂ ਬਿਲਕੁਲ ਜਿਹੜਾ ਹੈਗਾ ਜਲੰਧਰ ਦੀ ਲੋਕ ਸਭਾ ਦੀ ਉਪ ਚੋਣ ਆਖਰੀ ਪੜਾਅ ਦੇ 'ਚ ਪਹੁੰਚ ਚੁੱਕੀ ਹੈ। ਦਰਸ਼ਕਾਂ ਦੇ ਵਿੱਚ ਵੀ ਉਤਸੁਕਤਾ ਹੋਏਗੀ ਕਿ ਕੀ ਕੁਝ ਵਾਪਰਿਆ, ਜਾਣਨਾ ਚਾਹੁਣਗੇ। ਇਹਨਾਂ ਮੁੱਦਿਆਂ 'ਤੇ ਗੱਲ ਕਰਾਂਗੇ। ਇੰਜੀ ਪੰਜਾਬ ਦੀ ਧਰਤੀ 'ਤੇ ਜਿਸ ਤਰ੍ਹਾਂ ਦੀ ਸਥਿਤੀ ਇਸ ਵੇਲੇ ਬਣੀ ਵੀ ਹੈ, ਅਕਾਲ ਤਖ਼ਤ ਦੇ ਜਥੇਦਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਵੱਡੇ ਮਸਲੇ ਆ ਪੰਜਾਬ ਨਾਲ ਸੰਬੰਧਿਤ, ਇਹਨਾਂ ਮਾਮਲਿਆਂ ਦੇ ਹੱਲ ਲਈ ਪੰਥਕ ਧਿਰਾਂ ਨੂੰ ਏਕੇ ਦੀ ਜ਼ਰੂਰਤ ਹੈ। ਖੈਰ ਗੱਲ ਤਾਂ ਮਰਹੂਮ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਤੋਂ ਸ਼ੁਰੂ ਹੋਈ ਸੀ ਔਰ ਉਸ ਲੜੀ 'ਚ ਅੱਗੇ ਚੱਲ ਕੇ ਫਿਰ ਜਥੇਦਾਰ ਨੇ ਇਸ ਮੁੱਦੇ ਤੇ ਬਿਆਨ ਦਿੱਤਾ ਹੈ। ਕਿੰਨਾ ਕੁ ਸਾਰਥਕ ਹੈ, ਇਹਨਾਂ ਮੁੱਦਿਆਂ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਤੇ ਸਮੇਂ ਦੇ ਲਿਹਾਜ਼ ਨਾਲ ਹੋਰ ਮੁੱਦਾ ਵੀ ਲਿਆ ਜਾ ਸਕਦਾ ਹੈ। ਹਰਕਮਲ ਜੀ, ਮੇਰੇ ਵੱਲੋਂ ਵੀ ਤੁਹਾਨੂੰ ਦਰਸ਼ਕਾਂ ਦੇ ਨਾਲ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ। ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਸਭ ਤੋਂ ਪਹਿਲਾਂ ਆਪਾਂ ਜਲੰਧਰ ਜਿਹੜੀ ਹੈਗੀ ਲੋਕ ਸਭਾ ਦੀ ਉਪ ਚੋਣ, ਬਹੁਤ ਹੀ ਅਹਿਮ ਤੇ ਵੱਡਾ ਮੁੱਦਾ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਕਿਸ ਤਰ੍ਹਾਂ ਦਾ ਮੰਥਨ ਹੋ ਰਿਹਾ ਹੈ, ਰਾਜਸੀ ਧਿਰਾਂ ਵੱਲੋਂ, ਰਾਜਸੀ ਵਿਸ਼ਲੇਸ਼ਕਾਂ ਵੱਲੋਂ, ਮੀਡੀਆ ਵੱਲੋਂ, ਤੇ ਹੁਣ ਇਹ ਜਿਹੜੀ ਚੋਣ ਹੈ ਬਿਲਕੁਲ ਬਰੂਹੇ ਤੇ ਜਾਣੀ ਅੰਤਮ ਪੜਾਅ ਦੇ ਵਿੱਚ ਪਹੁੰਚ ਚੁੱਕੀ ਹੈ। ਦੁਆਬੇ ਦੇ ਵੋਟਰ ਕਰਨਗੇ ਫੈਸਲਾ ਕਿ ਪੰਜਾਬ ਦਾ ਰਾਜਸੀ ਭਵਿੱਖ। ਇੱਕ ਸੁਨੇਹਾ ਹੈ ਤਾਂ ਬੇਸ਼ੱਕ ਸਿੰਗਲ ਚੋਣ ਹੈ। ਰਾਜ ਸਭਾ ਦੀ ਆਪਾਂ ਜਿਸ ਤਰ੍ਹਾਂ ਜ਼ਿਕਰ ਕਰਦੇ ਹੁੰਦੇ ਕਿ ਰਾਜ ਸਭਾ ਦੀ ਜਿੱਦਾਂ ਨੁਮਾਇੰਦਗੀ ਕਰਦੇ ਆ ਲੋਕ, ਰਾਜ ਸਭਾ 'ਚ ਜਾਂਦੇ ਆ, ਇੰਝ ਹੀ ਜਿਹੜਾ ਹੈਗਾ ਹੁਣ ਇਹ ਲੋਕ ਸਭਾ ਦੀ ਵੀ ਇੱਕੋ ਚੋਣ ਹੈ, ਸਾਲ ਭਰ ਦੇ ਲਈ ਹੈ। ਇਸ ਦਾ ਕਿੰਨਾ ਕੁ ਨਫਾ ਕਿੰਨਾ ਕੁ ਨੁਕਸਾਨ ਇੱਕ ਸਾਲ ਦੇ ਲਈ ਹੋਏਗਾ, ਪਰ ਇੱਕ ਸੁਨੇਹਾ ਜਿੱਦਾਂ ਮੈਂ ਕਿਹਾ, ਚਾਹੇ ਰਾਜ ਸਭਾ ਹੋਵੇ ਜਾਂ ਲੋਕ ਸਭਾ ਹੋਵੇ, ਇੱਕ ਪੋਲੀਟੀਕਲ ਸੁਨੇਹਾ ਜ਼ਰੂਰ ਹੁੰਦਾ ਕਿ ਕੌਣ ਜਿੱਤ ਕੇ ਆਏਗਾ ਤੇ ਦੁਆਬੀਏ ਕਿਹਦੇ ਹੱਕ 'ਚ ਦਿੰਦੇ ਆ ਫਤਵਾ। ਇਸ ਮਾਮਲੇ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਵੱਡੀ ਗੱਲ ਇਹ ਵੀ ਹੈ ਕਿ ਕਹਿਣ ਨੂੰ ਪੰਜਾਬ ਦੀਆਂ 4 ਵੱਡੀਆਂ ਧਿਰਾਂ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕੁਝ ਹੋਰ ਗਰੁੱਪ ਵੀ ਬੇਸ਼ੱਕ ਚੋਣ ਮੈਦਾਨ 'ਚ ਉਤਰੇ ਹੈ, ਪਰ ਵੱਡੀਆਂ ਧਿਰਾਂ ਜਿਹੜੀਆਂ ਇਹਦੇ ਲਈ ਦਾਅਵੇਦਾਰ ਹੈ। ਵੱਡੀਆਂ ਧਿਰਾਂ ਦੇ ਵਿੱਚੋਂ ਵੀ ਜੇ ਆਪਾਂ ਸੰਖੇਪ ਦੇ ਵਿੱਚ ਜ਼ਿਕਰ ਕਰੀਏ ਤਾਂ ਜਿੱਥੋਂ ਤੱਕ ਸਵਾਲ ਹੈ ਕਾਂਗਰਸ ਪਾਰਟੀ ਦਾ, ਕਾਂਗਰਸ ਪਾਰਟੀ ਕੋਲ ਲੰਬੇ ਸਮੇਂ ਤੱਕ ਇਹ ਸੀਟ ਰਹੀ ਹੈ। ਹੁਣ ਵੀ ਜੇ ਸੀਟ ਖਾਲੀ ਹੋਈ ਹੈ ਤਾਂ ਕਾਂਗਰਸ ਦੇ ਨੁਮਾਇੰਦੇ ਅਚਾਨਕ ਉਹਨਾਂ ਦੇ ਦੇਹਾਂਤ ਤੋਂ ਬਾਅਦ ਦੁਬਾਰਾ ਚੋਣ ਹੋ ਰਹੀ ਹੈ। ਆਮ ਆਦਮੀ ਪਾਰਟੀ ਸੰਗਰੂਰ ਤੋਂ ਬਾਅਦ ਇੱਕ ਤਰ੍ਹਾਂ ਦਾ ਜਿੱਦਾਂ ਵਿਦਿਆਰਥੀਆਂ ਦਾ ਪਰਚਾ ਹੁੰਦਾ ਹੈ, ਮੈਂ ਕਹਾਂਗਾ ਕਿ ਇਮਤਿਹਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਲਈ। ਜਿਸ ਤਰ੍ਹਾਂ ਸੰਗਰੂਰ ਇਹਨਾਂ ਦੇ ਹੱਥੋਂ ਗਿਆ, ਹੁਣ ਜਲੰਧਰ ਦੇ ਵਿੱਚ ਕੀ ਕਾਰਗੁਜ਼ਾਰੀ ਹੈ ਤਾਂ ਜਿੱਦਾਂ ਮੈਂ ਕਿਹਾ ਕਿ ਦੁਆਬੇ ਦੇ ਲੋਕ ਹੀ ਦੱਸਣਗੇ, ਪਰ ਇਮਤਿਹਾਨ ਜ਼ਰੂਰ ਹੈ। ਜਿੱਥੇ ਤੱਕ ਸਵਾਲ ਹੈ ਅਕਾਲੀ ਦਲ ਦਾ, ਅਕਾਲੀ ਦਲ ਮੈਦਾਨ 'ਚ ਤਾਂ ਉਤਰਿਆ ਹੀ ਹੈ, ਪਰ ਇਹਨਾਂ ਚੋਣਾਂ ਦੇ ਚੱਲਦੇ ਹੀ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਅਕਾਲੀ ਦਲ ਦੇ ਲਈ ਪਹਿਲਾ ਰਾਜਸੀ ਇੱਕ ਪੈਂਤੜਾ ਫੈਸਲਾ, ਇਮਤਿਹਾਨ ਕਿ ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਬਾਅਦ ਅਕਾਲੀ ਦਲ ਕਿਹੋ ਜਿਹੀ ਸਥਿਤੀ 'ਚੋਂ ਨਿਕਲੇਗਾ, ਕਿੰਨੀ ਕੁ ਵੋਟਰਾਂ ਦੀ ਹਮਦਰਦੀ ਮਿਲੇਗੀ, ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਕਿੰਨਾ ਕੁ ਹੁੰਗਾਰਾ ਮਿਲੇਗਾ। ਇਹ ਸਾਰੀਆਂ ਗੱਲਾਂ ਤੇ ਭਾਜਪਾ ਵਾਲੇ ਜਿੱਦਾਂ ਆਪਾਂ ਅਕਸਰ ਆਖਦੇ ਹੀ ਹਾਂ ਕਿ ਉਹ ਕਸਰ ਨਹੀਂ ਛੱਡਦੇ ਦੂਜਿਆਂ ਦੇ ਗਲਾਂ 'ਚ ਸਰੂਪੇ ਪਾਉਣ ਦੇ ਲਈ ਤੇ ਆਪਣੇ ਨਾਲ ਜੋੜਨ ਲਈ। ਅਕਾਲੀ ਦਲ 'ਚੋਂ ਲੈ ਲੈਣ, ਕਾਂਗਰਸ 'ਚੋਂ ਲੈ ਲੈਣ, ਕਿਸੇ ਹੋਰ ਧਿਰ 'ਚੋਂ ਲੈ ਲੈਣ। ਜੇ ਨਾ ਵੀ ਗੱਲ ਬਣੇ ਤਾਂ ਈਡੀ ਤੇ ਸੀਬੀਆਈ ਰੇ ਵੀ ਸੁਨੇਹਾ ਤਾਂ ਪਹੁੰਚ ਹੀ ਜਾਂਦਾ ਹੈ। ਸੋ ਬਹੁਤ ਦਿਲਚਸਪ ਸਥਿਤੀ ਹੈ, ਇਹਨਾਂ ਮੁੱਦਿਆਂ ਤੇ ਬਣੀ ਵੀ ਹੈ। ਇੰਜੀ ਆਪਾਂ ਜਥੇਦਾਰ ਅਕਾਲ ਤਖਤ ਦਾ ਮਾਮਲਾ ਜਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਪੰਥ ਕੇਕੇ ਦੀ, ਉਹਨਾਂ ਮੁੱਦਿਆਂ ਤੇ ਵੀ ਆਪਾਂ ਚਰਚਾ ਜ਼ਰੂਰ ਕਰਾਂਗੇ। ਇਸ ਮਾਮਲੇ ਤੇ ਹਰਕਮਲ ਜੀ, ਜਦੋਂ ਆਪਾਂ ਜਲੰਧਰ ਦੀ ਉਪ ਚੋਣ ਦੀ ਗੱਲ ਕਰਦੇ ਹਾਂ, ਤੁਸੀਂ ਕਿਵੇਂ ਦੇਖਦੇ ਹੋ ਕਿ ਬਹੁਤ ਹੀ ਦਿਲਚਸਪ ਸਥਿਤੀ, ਦਲ ਬਦਲੀਆਂ ਦਾ ਦੌਰ, ਬੜਾ ਕੁਝ ਜਿਹੜਾ ਹੈਗਾ ਇਹ ਚੋਣ ਦੇ ਦੌਰਾਨ, ਤੇ ਹੁਣ ਜਿਹੜਾ ਚੋਣ ਜਿਹੜੀ ਹੈ ਵੋਟਰ ਆਪਣਾ ਫਤਵਾ ਦੇਣ ਵੱਲ ਅੱਗੇ ਵਧ ਰਹੇ ਹੈ। ਦੇਖੋ ਜਗਤਾਰ ਜੀ, ਇਹ ਚੋਣ ਬਹੁਤ ਇੰਪੋਰਟੈਂਟ ਹੈ ਜੀ। 2 ਕਾਰਨ ਨੇ ਉਹਦੇ। ਇੱਕ ਤੇ ਇਹ ਚੋਣ ਸਾਡੀਆਂ ਪਾਰਲੀਮੈਂਟ ਦੀਆਂ ਜਨਰਲ ਇਲੈਕਸ਼ਨਾਂ ਤੋਂ ਤਕਰੀਬਨ 11 ਮਹੀਨੇ ਪਹਿਲਾਂ ਹੋ ਰਹੀ ਹੈ। ਇਸ ਚੋਣ ਨੂੰ ਇੱਕ ਕਿਸਮ ਦਾ, ਇੱਕ ਤੇ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਹੈ ਉਹਦੇ 1 ਸਾਲ ਦੇ ਕੰਮਕਾਜ ਲਈ ਫਤਵਾ ਸਮਝਿਆ ਜਾ ਸਕਦਾ। ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਭਗਵੰਤ ਮਾਨ ਦੀ ਅਗਵਾਈ ਵਾਲੀ ਹੈ, ਉਹ ਆਪਣੀ ਇੱਕ ਸੀਟ ਜਿਵੇਂ ਪਹਿਲਾਂ ਬਾਈ ਇਲੈਕਸ਼ਨ ਦੇ ਵਿੱਚ ਸੰਗਰੂਰ ਦੀ ਗਵਾ ਚੁੱਕੇ ਨੇ, ਉਹਦੇ ਤੋਂ ਬਾਅਦ ਇਹਨਾਂ ਲਈ ਇਹ ਸੀਟ ਬੜੀ ਬਕਾਰੀ ਬਣੀ ਹੋਈ ਹੈ। ਬਿਲਕੁਲ ਠੀਕ। ਉਹਨਾਂ ਨੂੰ ਇਹ ਲੱਗ ਰਿਹਾ ਕਿ ਜੇ ਉਹ ਇਹ ਸੀਟ ਵੀ ਦੁਬਾਰਾ ਲੂਜ਼ ਕਰਦੇ ਨੇ, ਉਹਨਾਂ ਲਈ ਅਗਲੀਆਂ ਪਾਰਲੀਮੈਂਟ ਚੋਣਾਂ ਦੀ ਸ਼ੁਰੂਆਤ ਕੋਈ ਬਹੁਤੀ ਚੰਗੀ ਨਹੀਂ ਹੋਏਗੀ। ਦੂਸਰੇ ਪਾਸੇ ਇੱਕ ਇਹ ਮਹਿਸੂਸ ਕੀਤਾ ਜਾ ਰਿਹਾ ਬਾਕੀ ਸਾਰੀਆਂ ਪਾਰਟੀਆਂ ਵੱਲੋਂ ਵੀ ਕਿ ਜੇ ਉਹਨਾਂ ਦਾ ਇਹਦੇ 'ਚ ਚੰਗਾ ਪ੍ਰਦਰਸ਼ਨ ਨਹੀਂ ਰਹਿੰਦਾ ਹੈਗਾ ਚੋਣ ਦੇ ਵਿੱਚ, ਉਹਨਾਂ ਲਈ ਵੀ ਅਗਲੀ ਜਿਹੜੀ ਚੋਣ, ਜਨਰਲ ਚੋਣ ਜਿਹੜੀ ਆ ਰਹੀ ਹੈ, ਉਹਦੇ ਲਈ ਮੁਸ਼ਕਲਾਂ ਸਾਹਮਣੇ ਆਉਣਗੀਆਂ। ਇੱਕ ਸ਼ੁਰੂਆਤ ਚੰਗੀ ਨਹੀਂ ਹੋਏਗੀ। ਸੋ
ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਲਾਸਟ ਡੇ ਹੈਗਾ, ਕੱਲ ਉੱਥੇ ਚੋਣ ਪ੍ਰਚਾਰ ਖਤਮ ਹੋ ਰਿਹਾ ਹੈ। ਬਿਲਕੁਲ ਠੀਕ। ਹੁਣ ਤੱਕ ਜਿੰਨਾ ਕੁ ਪਾਰਟੀਆਂ ਦਾ ਜ਼ੋਰ ਲੱਗਣਾ ਸੀ ਲੱਗ ਗਿਆ ਹੈ। ਲੇਕਿਨ ਇਹਦੇ 'ਚ ਦੋ ਕੁ ਗੱਲਾਂ ਮੈਂ ਜਿਹੜੀਆਂ ਦੇਖ ਰਿਹਾ ਬਹੁਤ ਇੰਪੋਰਟੈਂਟ ਨੇ, ਜਿਹੜੀਆਂ ਦੋ ਮੁੱਖ ਧਿਰਾਂ ਉੱਭਰ ਕੇ ਸਾਹਮਣੇ ਆ ਰਹੀਆਂ ਚੋਣ 'ਚ। ਕਾਂਗਰਸ ਪਾਰਟੀ ਜਿਨ੍ਹਾਂ ਕੋਲੇ ਸੀਟ ਪਹਿਲਾਂ ਸੀ ਔਰ ਇਸ ਵੇਲੇ ਵੀ ਤੁਸੀਂ ਕਹਿ ਸਕਦੇ ਹੋ ਕਿ ਮੇਨ ਕੰਟੈਸਟ 'ਚ ਕਾਂਗਰਸ ਹੀ ਹੈਗੀ ਹੈ। ਦੂਸਰੀ ਹੁਕਮਰਾਨ ਪਾਰਟੀ ਜਿਹੜੀ ਹੈਗੀ ਹੈ, ਜਿਹਦੇ ਬਾਰੇ ਆਮ ਕਿਹਾ ਜਾਂਦਾ ਹੈ ਕਿ ਬਾਈ ਇਲੈਕਸ਼ਨਾਂ 'ਚ ਹੁਕਮਰਾਨ ਪਾਰਟੀ ਹਾਵੀ ਰਹਿੰਦੀ ਹੈ, ਉਹਨਾਂ ਦਾ ਵੀ ਬਹੁਤ ਜ਼ੋਰ ਲੱਗਾ ਹੋਇਆ ਹੈ ਕਿ ਇਸ ਚੋਣ ਦੇ ਵਿੱਚ ਸਾਰੀ ਉਹਨਾਂ ਨੇ ਸਰਕਾਰੀ ਆਪਣੀ ਇੱਕ ਸਰਕਾਰ ਮਸ਼ੀਨਰੀ ਸਭ ਕੁਝ ਝੋਕਿਆ ਹੋਇਆ ਇਹਦੇ 'ਚ। ਸੋ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਜਿਸ ਢੰਗ ਦੇ ਨਾਲ ਇਹ ਦੋ ਜਿਹੜੀਆਂ ਦੋਨੋਂ ਪਾਰਟੀਆਂ ਨੇ, ਪਰ ਇਹਨਾਂ ਦੋਨਾਂ 'ਚ ਤੁਸੀਂ ਜੇ ਦੇਖੋ ਨਾ ਤੇ ਕਾਂਗਰਸ ਦੀ ਕੋਈ ਨੈਸ਼ਨਲ ਲੀਡਰਸ਼ਿਪ ਸਾਹਮਣੇ ਆ ਰਹੀ ਹੈ, ਇਹ ਸਾਰੀ ਉਹਨਾਂ ਨੇ ਆਪਣੀ ਲੋਕਲ ਲੀਡਰਸ਼ਿਪ ਤੇ ਇਹ ਲੜਾਈ ਛੱਡੀ ਹੋਈ ਹੈ। ਦਾਰੋਮਦਾਰ ਉਹਨਾਂ ਦਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਕੋਲ ਲੋਕਲ ਲੈਵਲ ਦੇ ਲੀਡਰ ਬਹੁਤ ਜ਼ਿਆਦਾ ਨੇ। ਪ੍ਰਤਾਪ ਬਾਜਵਾ ਹੈਗਾ, ਨਵਜੋਤ ਸਿੱਧੂ ਹੈਗਾ, ਰਾਜਾ ਵੜਿੰਗ ਹੈਗਾ, ਚੰਨੀ ਹੈਗਾ, ਜਾਂ ਉਹਨਾਂ ਕੋਲ ਇਹੋ ਜਿਹੇ ਲੀਡਰ ਇਸ ਕਤਾਰ ਦੇ ਕਈ ਨੇ, ਉਹਨਾਂ ਨੂੰ ਕੋਈ ਕਮੀ ਨਹੀਂ ਲੀਡਰਾਂ ਦੀ। ਲੇਕਿਨ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਮੰਤਰੀ ਮੁੱਖ ਮੰਤਰੀ ਇਲੈਕਸ਼ਨ 'ਚ ਲਾਏ ਹੋਏ ਨੇ, ਲੇਕਿਨ ਤੁਸੀਂ ਇਹ ਦੇਖੋ ਕਿ ਨੈਸ਼ਨਲ ਲੀਡਰਸ਼ਿਪ ਉਹਨਾਂ ਦੀ ਵੀ ਇੱਥੇ ਬਹੁਤੀ ਨਹੀਂ ਆਈ। ਕੇਜਰੀਵਾਲ ਨੇ ਇੱਕ ਵਾਰੀ ਆਏ ਸੀ, ਇੱਕ ਵਾਰੀ ਉਹ ਸ਼ੁਰੂ 'ਚ ਆਏ ਸਨ ਸਿਰਫ ਇੱਕ ਰੈਲੀ ਕਰਨ ਲਈ ਜਿਹੜੀ ਡੇਰਾ ਬੱਲਾਂ 'ਚ ਹੋਈ ਸੀ ਉਹਦੇ ਲਈ, ਔਰ ਉਹ ਚੈੱਕ ਵਗੈਰਾ ਉੱਤੇ ਦੇ ਕੇ ਗਏ ਸੀ। ਹੁਣ ਉਹ ਅੱਜ ਆਏ ਹੋਏ ਨੇ, ਅੱਜ ਇਸ ਲਈ ਕਿ ਉਹਨਾਂ ਨੇ ਉੱਥੇ ਰੋਡ ਸ਼ੋਅ ਕਰਨਾ ਹੈ। ਅਦਰਵਾਈਜ਼ ਉਹਨਾਂ ਦੀ ਵੀ ਜਿਹੜੀ ਨੈਸ਼ਨਲ ਲੀਡਰਸ਼ਿਪ ਕਿਤੇ ਨਹੀਂ ਦਿਸੀ। ਇਹ ਸਾਰਾ ਕੰਮ ਉਹਨਾਂ ਨੇ ਲੋਕਲ ਜਿਹੜੀ ਲੀਡਰਸ਼ਿਪ ਤੇ ਛੱਡਿਆ ਹੋਇਆ। ਉਹਦਾ ਇੱਕ ਰੀਜ਼ਨ ਇਹ ਵੀ ਲੱਗ ਰਿਹਾ ਹੈ ਕਿ ਇਹਨਾਂ ਦੋਨਾਂ ਪਾਰਟੀਆਂ ਨੂੰ ਸਮਝ ਪੈ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕੌਮੀ ਲੀਡਰ ਨੇ ਦੂਜੀਆਂ ਪਾਰਟੀਆਂ ਦੇ, ਉਹ ਅਸਰਦਾਰ ਸਾਬਤ ਨਹੀਂ ਹੁੰਦੇ। ਉਹਨਾਂ ਨੂੰ ਲੋਕੀ ਸੁਣਨ ਦੇ ਬਹੁਤੇ ਇੱਛੁਕ ਨਹੀਂ, ਜਾਂ ਉਹ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਸੋ ਇੱਕ ਤੇ ਇਹ ਪਹਿਲੂ ਬੜਾ ਇੰਟਰਸਟਿੰਗ ਇਹ ਸਾਰੀ ਚੋਣ ਦਾ ਸਾਹਮਣੇ ਆਇਆ ਜੀ। ਦੂਜਾ, ਜਿਵੇਂ ਤੁਸੀਂ ਕਿਹਾ ਹੈਗਾ, ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਨੂੰ ਉੱਥੇ ਕੈਂਡੀਡੇਟ ਹੀ ਨਹੀਂ ਮਿਲਿਆ ਹੈਗਾ। ਕਾਫੀ ਜ਼ੋਰ ਲਾਇਆ ਉਹਨਾਂ ਨੇ, ਆਪਣੇ ਇੱਕ ਅੱਧੇ MLA ਨੂੰ ਵੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹਨਾਂ ਨੂੰ ਲੱਗਾ ਕਿ ਨਹੀਂ, ਅਖੀਰ 'ਚ ਉਹਨਾਂ ਨੇ ਕਾਂਗਰਸ 'ਚੋਂ ਇੱਕ ਹਾਰਿਆ ਹੋਇਆ ਕੈਂਡੀਡੇਟ ਜਿਹੜਾ ਸੀ ਉਹਨਾਂ ਦਾ ਸਾਬਕ MLA, ਉਹਨੂੰ ਲਿਆ ਕੇ ਇਸ ਸੀਟ ਤੇ ਖੜਾ ਕੀਤਾ। ਸੇਮ ਭਾਜਪਾ ਨੇ ਵੀ ਕੀਤਾ, ਹਾਲਾਂਕਿ ਭਾਜਪਾ ਕੋਲ ਲੋਕਲ ਲੀਡਰ ਹੈਗੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਉਹਨਾਂ ਦੇ ਦਿਮਾਗ 'ਚ ਇਹ ਗੱਲ ਸੀ ਕਿ ਅਸੀਂ ਸਿੱਖ ਚਿਹਰਾ ਲੈ ਕੇ ਆਉਣਾ ਹੈ। ਉਹਦੇ ਲਈ ਉਹਨਾਂ ਨੇ ਅਕਾਲੀ ਦਲ ਦਾ ਇੱਕ ਲੀਡਰ ਉਹਨਾਂ ਨਾਲੋਂ ਤੋੜ ਕੇ ਲਿਆਂਦਾ ਔਰ ਉਹਨੂੰ ਪਾਰਟੀ ਦੀ ਟਿਕਟ ਦਿੱਤੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਅਟਵਾਲ ਫੈਮਿਲੀ ਹੈਗੀ ਹੈ ਉਹਦਾ ਉਸ ਸੀਟ ਤੇ ਅਸਰ ਵੀ ਹੈਗਾ, ਨਾ ਹੈਗਾ ਜੀ। ਔਰ ਉਹ ਪੰਜਾਬ 'ਚ ਅਕਾਲੀ ਦਲ ਦਾ ਦਲਿਤ ਚਿਹਰਾ ਵੀ ਸਮਝੇ ਜਾਂਦੇ ਸੀ, ਚੰਗਾ ਉਹਨਾਂ ਦਾ ਅਸਰ ਸੂਖ ਸੀ, ਫੈਮਿਲੀ ਦਾ ਪਿਛੋਕੜ ਵੀ ਚੰਗਾ ਹੈਗਾ। ਲੇਕਿਨ ਤੁਸੀਂ ਦੇਖੋ ਕਿ ਜਿਹੜੀਆਂ ਇਹ ਵੀ ਦੋ ਧਿਰਾਂ ਜਿਹੜੀਆਂ ਮੁੱਖ ਨੇ, ਭਾਜਪਾ ਵੀ ਤੇ ਆਮ ਆਦਮੀ ਪਾਰਟੀ, ਇਹਨਾਂ ਨੂੰ ਲੀਡਰ ਵੀ ਚੋਣ ਦੇ ਮੌਕੇ ਤੇ ਦੂਜੀਆਂ ਪਾਰਟੀਆਂ 'ਚੋਂ ਲਿਆਉਣੇ ਪਏ। ਬਿਲਕੁਲ ਹਰਕਮ ਜੀ, ਵੱਡੀ ਗੱਲ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਜਲੰਧਰ ਲੋਕ ਸਭਾ ਉਪ ਚੋਣ ਦੀ, ਦਲ ਬਦਲੀਆਂ ਜਿਹੜੀਆਂ ਵੱਡਾ ਇੱਕ ਅਹਿਮ ਮੁੱਦਾ ਇਸ ਮਾਮਲੇ ਨੂੰ ਲੈ ਕੇ ਬਣਿਆ ਤਾਂ ਹੈ ਹੀ ਹੈ। ਉਸ ਮੁੱਦੇ ਤੇ ਵੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਪਰ ਇਹਦੇ ਨਾਲ ਨਾਲ ਇੱਕ ਪੰਥਕ ਮੁੱਦਾ ਵੀ ਉੱਥੇ ਇਸ ਢੰਗ ਨਾਲ ਜਿਹੜਾ ਹੈਗਾ ਉਹਨੂੰ ਪ੍ਰਭਾਵਿਤ ਕਰ ਰਿਹਾ ਇਲੈਕਸ਼ਨ ਨੂੰ। ਜਿੱਦਾਂ ਤੁਸੀਂ ਕਿਹਾ ਕਿ ਅਕਾਲੀ ਦਲ 'ਚੋਂ ਉਹਨਾਂ ਨੇ ਚੁੱਕ ਕੇ ਜਿਹੜਾ ਚੰਦ ਸਿੰਘ ਅਟਵਾਲ ਹੈ, ਹੁਣ ਉਹ ਵੀ ਭਾਜਪਾ ਚਲੇ ਗਏ, ਉਹਨਾਂ ਦੇ ਬੇਟੇ ਨੂੰ ਜਿਹੜਾ ਉੱਥੇ ਉਮੀਦਵਾਰ ਬਣਾਇਆ ਇਕਬਾਲ ਜਿਹੜਾ ਅਟਵਾਲ ਨੂੰ। ਪਰ ਹੁਣ ਦੂਜੇ ਪਾਸੇ ਜੇ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਤਾਂ ਅਕਾਲੀ ਦਲ 'ਚ ਵੀ ਕਿ ਵੱਡੀਆਂ ਹਸਤੀਆਂ, ਬੀਬੀ ਜਗੀਰ ਕੌਰ ਨੇ ਐਨ ਮੌਕੇ ਦੇ ਉੱਤੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਹੈ, ਉਹਨਾਂ ਨੇ ਵੀ ਕਹਿਤਾ ਦੇਖੋ ਬਹੁਤ ਹੀ ਜਦੋਂ ਸਾਡੀ ਲੀਡਰਸ਼ਿਪ ਇਸ ਤਰ੍ਹਾਂ ਦਾ ਆਪਣਾ ਫੈਸਲੇ ਲੈਣੀ ਹੁੰਦੀ ਹੈ, ਕੋਈ ਨਾ ਕੋਈ ਰਾਹ ਨਾ ਹਰਕਮਲ ਜੀ ਲੱਭ ਲੈਂਦੇ ਆ। ਹੁਣ ਜੇ ਆਪਾਂ ਬੀਬੀ ਜਗੀਰ ਕੌਰ ਦੀ ਗੱਲ ਕਰਦੇ ਹਾਂ ਤਾਂ ਉਹਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਦੇਖੋ ਜੀ ਮੈਂ ਪੰਥਕ ਮਾਮਲਿਆਂ ਨਾਲ ਸੰਬੰਧਿਤ ਜਿਹੜਾ ਹੈਗਾ ਭਾਜਪਾ ਦੀ ਲੀਡਰਸ਼ਿਪ ਅੱਗੇ ਇੱਦਾਂ ਦੇ ਸਵਾਲ ਰੱਖੇ ਹੈ ਕਿ ਜੀ ਉੱਥੇ ਫਲਾਣੀ ਜਗ੍ਹਾ ਤੇ ਫਲਾਣਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ, ਆਹ ਸਿੱਖਾਂ ਨਾਲ ਜ਼ਾਤੀਆਂ ਹੋਈਆਂ ਉਹ ਦੂਰ ਹੋਣੀਆਂ ਚਾਹੀਦੀਆਂ, ਇੱਦਾਂ ਦਾ ਏਜੰਡਾ। ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਭਾਜਪਾ ਵਾਲਿਆਂ ਨੇ ਕਿਹਾ ਵੀ ਹਾਂ ਇਹ ਗੱਲ ਅਸੀਂ ਮੰਨਾਂਗੇ। ਜਾਣੀ ਪੰਥਕ ਲੀਡਰਸ਼ਿਪ ਜਿਹੜੇ ਅਕਾਲੀ ਆਗੂ ਹੈਗੇ ਹਰਕਮਲ ਜੀ, ਉਹ ਵੀ ਬੜੀ ਦਿਲਚਸਪ। ਅੱਗੇ ਤਾਂ ਦੇਖੋ ਹੁੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਅਕਾਲੀ ਦਲ ਇੱਕ ਫੋਰਸ ਸੀ, ਉਹ ਕੋਈ ਫੈਸਲੇ ਲੈਂਦੇ ਸੀ ਪੰਥਕ ਮਾਮਲਿਆਂ ਬਾਰੇ ਤੇ ਤਾਂ ਗੱਲ ਅੱਗੇ ਸੁਣਵਾਈ ਹੁੰਦੀ ਸੀ। ਹੁਣ ਤਾਂ ਇਹੋ ਜਿਹੀ ਸਥਿਤੀ ਆ ਗਈ ਹੈ ਕਿ ਜਿਹੜੇ ਪੰਥ ਕਚਹਿਰੀ ਕਹਾਉਂਦੇ ਆ ਆਪਣੇ ਆਪ ਨੂੰ, ਕੱਲਾ ਅਕਾਲੀ ਲੀਡਰ ਏਜੰਡਾ ਆਪਣੇ ਕਾਸ਼ੀ 'ਚ ਮਾਰੀ ਫਿਰਦਾ ਹੈ। ਜੇ ਆਪਣਾ ਗੱਲ ਕਰੀਏ ਢੀਂਡਸਾ ਸਾਹਿਬ ਦੀ, ਉਹ ਆਪਣੇ ਤਰੀਕੇ ਨਾਲ ਭਾਜਪਾ ਨਾਲ ਹੱਥ ਮਿਲਾ ਰਿਹਾ, ਬੀਬੀ ਜਗੀਰ ਕੌਰ ਨੇ ਆਪਣੇ ਤਰੀਕੇ ਨਾਲ ਹੱਥ ਮਿਲਾਇਆ। ਤੇ ਇੱਦਾਂ ਹੀ ਜੇ ਹੁਣ ਅਕਾਲੀ ਦਲ ਜਿਹੜਾ ਦੇਖੋ ਕਿ ਅਕਾਲੀ ਦਲ ਆਪਣੇ ਤੌਰ ਤੇ ਉੱਥੇ ਇਲੈਕਸ਼ਨ ਵੀ ਲੜ ਰਿਹਾ, ਭਾਜਪਾ ਵੀ ਲੜ ਰਹੀ ਹੈ। ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਕੱਲ੍ਹ ਨੂੰ ਕੀ ਹੋਏਗਾ ਕੀ ਨਹੀਂ ਹੋਏਗਾ, ਦੇਖੋ ਸਥਿਤੀ ਅਜੇ ਸਪਸ਼ਟ ਨਹੀਂ, ਪਰ ਆਪਾਂ ਮੀਡੀਆ ਕਰਮੀ ਹੈਗੇ ਆ, ਜਰਨਲਿਸਟ ਹੈਗੇ ਆ, ਇੱਕ ਇਹ ਵੀ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ ਹੈ ਕਿ ਕੀ ਜਿਹੜਾ ਹੈਗਾ ਅਕਾਲੀ ਦਲ ਤੇ ਭਾਜਪਾ ਇਸ ਇਲੈਕਸ਼ਨ ਤੋਂ ਬਾਅਦ ਮੁੜ ਕੇ ਹੱਥ ਮਿਲਾਉਣਗੇ। ਸੋ ਪੰਜਾਬ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਪੰਥਕ ਜਾਂ ਤਾਂ ਉਸ ਤਰ੍ਹਾਂ ਦੀ ਲੀਡਰਸ਼ਿਪ ਨਹੀਂ ਹੈਗੀ, ਇਸ ਤਰ੍ਹਾਂ ਦੀ ਲੀਡਰਸ਼ਿਪ ਹੈ ਇਸ ਵੇਲੇ ਜਿਹਨੂੰ ਜਾਣੀ ਭਾਜਪਾ ਦਾ ਪੱਲਾ ਫੜਨਾ ਪੈ ਰਿਹਾ। ਦੇਖੋ ਜਗਤਾਰ ਜੀ, ਗੱਲ ਇਹ ਹੈਗੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਪਿਛੋਕੜ 'ਚ ਜਾਓ। ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿਸ ਢੰਗ ਦੇ ਨਾਲ ਮਗਰਲੇ ਟਾਈਮ 'ਚ ਭਾਜਪਾ ਦੇ ਨਾਲ ਸਮਝੌਤੇ ਕਰਕੇ ਰੱਖੇ, ਅਨਕੰਡੀਸ਼ਨਲ ਸਪੋਰਟ ਦਿੱਤੀ, ਜਿਵੇਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਸੀ ਤੇ ਜੀ ਸਾਡਾ 9 ਮਾਸ ਦਾ ਰਿਸ਼ਤਾ ਔਰ ਅਨਕੰਡੀਸ਼ਨਲ ਸਪੋਰਟ। ਇਹ ਇੱਕ ਪੰਥਕ ਪਾਰਟੀ ਸੀ ਜਿਹਦਾ ਇੱਕ ਸਿੱਖ ਏਜੰਡਾ ਸੀ, ਜਿਹੜੇ ਪੰਥਕ ਇਸ਼ੂਜ਼ ਤੇ ਲੜਦੇ ਸਨ। ਹੁਣ ਤੱਕ ਸਿੱਖ ਹੱਕਾਂ ਲਈ ਇਹ ਪਾਰਟੀ ਲੜਨ ਲਈ ਖੜੀ ਕੀਤੀ ਗਈ ਸੀ। ਇਸ ਪਾਰਟੀ ਦਾ ਕੋਈ ਮਕਸਦ ਸਿਰਫ ਸਰਕਾਰ ਬਣਾਉਣਾ ਜਾਂ ਰੇਤ ਬਜਰੀ ਲੁੱਟਣਾ ਨਹੀਂ ਸੀ ਹੈਗਾ। ਇਹ ਸਰਕਾਰ ਬਣਾਉਣਾ ਇਹਨਾਂ ਦਾ ਟਾਰਗੇਟ ਨਹੀਂ ਸੀ। ਇਹਨਾਂ ਦਾ ਬੇਸਿਕ ਏਮ ਹੈਗਾ ਸੀ ਪੰਜਾਬ ਔਰ ਸਿੱਖਾਂ ਦੇ ਹੱਕਾਂ ਲਈ ਲੜਨਾ। ਲੇਕਿਨ ਇਹ ਪਾਰਟੀ ਜਿਹੜੀ ਸੀ, ਜਿਸ ਢੰਗ ਦੇ ਨਾਲ ਇਹ ਭਾਜਪਾ ਦੇ ਨਾਲ ਅਨਕੰਡੀਸ਼ਨਲ ਗਈ, ਭਾਜਪਾ ਦੀਆਂ ਸਰਕਾਰਾਂ ਵੀ ਬਣੀਆਂ, ਲੇਕਿਨ ਅਕਾਲੀ ਦਲ ਨੇ ਕਦੀ ਕਿਸੇ ਇਸ਼ੂ ਨੂੰ ਸਾਲਵ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤੁਸੀਂ ਦੇਖੋ ਕਿ ਹਰਿਆਣੇ 'ਚ ਭਾਜਪਾ ਦੀ ਸਰਕਾਰ ਸੀ, ਸੈਂਟਰ 'ਚ ਭਾਜਪਾ ਦੀ ਸਰਕਾਰ ਸੀ। ਜਿਹੜਾ ਹਰਿਆਣਾ ਸੀ ਉਸ ਟਾਈਮ ਦੇ ਵਿੱਚ ਉਹ ਸ਼੍ਰੋਮਣੀ ਕਮੇਟੀ ਤੋਂ ਟੁੱਟ ਗਿਆ। ਅਕਾਲੀਆਂ ਦੀ ਸਰਕਾਰ ਸੀ, ਮਤਲਬ ਅਕਾਲੀ ਉਦੋਂ ਕੁਝ ਨਹੀਂ ਕਰ ਸਕੇ, ਉਦੋਂ ਇਕੱਠੇ ਸੀ, ਅਲੱਗ ਤੇ ਬਾਅਦ 'ਚ ਹੋਏ ਨੇ। ਮੇਰੇ ਖਿਆਲ ਦੇ ਵਿੱਚ ਜੋ ਇਹ ਸਾਡੀ ਅਕਾਲੀ ਲੀਡਰਸ਼ਿਪ ਹੈ, ਮੁੱਖ ਤੌਰ ਤੇ ਆਪ ਸੁਮੇ ਬਾਰੇ ਜਿਹੋ ਜੀ ਗੈਰ ਸਿਧਾਂਤਕ ਸਿਆਸਤ ਇਹਨਾਂ ਨੇ ਮਗਰਲੇ ਟਾਈਮ 'ਚ ਕੀਤੀ। ਜੀ ਗੈਰ ਸਿਧਾਂਤਕ ਜਿੱਦੇ ਤੁਸੀਂ ਗੱਲ ਕਰ ਰਹੇ, ਅਹਿਮ ਕਮੈਂਟ ਆ ਤੁਹਾਡਾ, ਪਰ ਮੈਂ ਨਾਲ ਤੁਹਾਡੀ ਗੱਲ 'ਚ ਵਾਧਾ ਹੀ ਕਰਨਾ ਚਾਹੁੰਦਾ। ਗੈਰ ਸਿਧਾਂਤਕ ਦੇ ਨਾਲ ਇਹਨਾਂ ਦਾ ਮੰਤਵ ਸਿਰਫ ਸੱਤਾ ਹਾਸਲ ਕਰਨਾ ਰਹਿ ਗਿਆ। ਬਿਲਕੁਲ ਸੱਤਾ ਹਾਸਲ ਕਰਨਾ ਸੀ। ਮੈਨੂੰ ਲੱਗਦਾ ਅੱਜ ਵੀ ਇਹੋ ਹੀ ਹੈ। ਅਜੇ ਵੀ ਤੁਸੀਂ ਦੇਖੋ ਕਿ ਕੋਈ ਪੰਥਕ ਮੁੱਦੇ ਤੇ ਗੱਲ ਨਹੀਂ ਕਰ ਰਹੇ। ਇਹ ਕੰਮ ਕੋਈ ਜਥੇਦਾਰ ਅਕਾਲ ਤਖਤ ਦਾ ਤੇ ਨਹੀਂ ਨਾ ਹੈਗਾ ਕਿ ਉਹ ਪੰਥਕ ਮੁੱਦਿਆਂ ਦੀ ਗੱਲ ਕਰੇ। ਮੈਨੂੰ ਦੱਸੋ, ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈਗਾ, ਅਕਾਲੀ ਦਲ ਦਾ ਜਨਰਲ ਸੈਕਟਰੀ ਹੈਗਾ, ਬਾਕੀ ਸਾਰੀ ਲੀਡਰਸ਼ਿਪ ਹੈ, ਉਹ ਕਿੱਥੇ ਪੰਥਕ ਮੁੱਦਿਆਂ ਲਈ ਬੋਲ ਰਹੇ ਨੇ? ਉਹਨਾਂ ਨੂੰ ਤਾਂ ਸਿਰਫ ਇੱਕੋ ਗੱਲ ਸਤਾ ਰਹੀ ਹੈ ਵੀ ਸਾਨੂੰ ਕਿਸੇ ਤਰ੍ਹਾਂ ਭਾਜਪਾ ਦਾ ਦੁਬਾਰਾ ਸਾਥ ਮਿਲ ਜਾਏ, ਉਹ ਸਾਨੂੰ ਸਪੋਰਟ ਸਾਡੇ ਤੋਂ ਲੈ ਲੈਣ ਔਰ ਸਾਨੂੰ ਕਿਸੇ ਤਰ੍ਹਾਂ ਰਾਜ ਭਾਗ ਮਿਲ ਜਾਏ ਤੇ ਸਾਡਾ ਹੱਥ ਜਿਹੜਾ ਹੈ ਸਰਕਾਰ ਦੀ ਤਿਜੋਰੀ ਨੂੰ ਪੈ ਜਾਏ। ਜੇ ਆਹੀ ਸੋਚ ਰਹਿ ਗਈ ਹੈ ਤਾਂ ਮੈਨੂੰ ਲੱਗਦਾ ਫਿਰ ਪੰਜਾਬ ਦੇ ਲੋਕ ਕੋਈ ਉੱਲੂ ਤੇ ਹੈ ਨਹੀਂ, ਉਹ ਵੀ ਅੰਡਰਸਟੈਂਡ ਕਰਦੇ ਨੇ, ਉਹ ਵੀ ਹੁਣ ਇਸ ਗੱਲ ਨੂੰ ਸਮਝ ਰਹੇ ਨੇ। ਐਗਜ਼ੈਕਟਲੀ। ਜੇ ਆਪਾਂ ਗੱਲ ਕਰਦੇ ਹਾਂ ਹਰਕਮਲ ਜੀ, ਜਿੱਦਾਂ ਪੰਜਾਬ ਦੇ ਲੋਕ ਹੈ, ਇੱਦਾਂ ਤਾਂ ਨਹੀਂ ਕਿ ਸਮਝਦੇ ਨਹੀਂ ਕਿ ਪੰਜਾਬ ਦੇ ਲੋਕਾਂ ਦੀ ਦੇਖੋ ਹਰਕਮਲ ਜੀ ਇੱਕ ਖੂਬੀ ਹੈਗੀ ਹੈ ਕਿ ਪੰਜਾਬ ਨੂੰ ਸੰਕਟ ਜੋ ਕੱਢਣਾ ਚਾਹੁੰਦੇ ਆ। ਜੇ ਉਹਨਾਂ ਕੋਲ ਕੋਈ ਇਮਾਨਦਾਰੀ ਨਾਲ ਕਿਤੇ ਬਦਲ ਪੇਸ਼ ਕਰਨ ਦੀ ਗੱਲ, ਆਪਾਂ ਦੇਖੋ ਤੁਸੀਂ ਵੀ ਲੰਬੇ ਸਮੇਂ ਤੋਂ ਬਹੁਤ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਲਹਿਰਾਂ ਨੂੰ ਕਵਰ ਕਰਦੇ ਆ ਰਹੇ ਹੋ, ਕਵਰ ਕੀਤਾ ਹੈਗਾ। ਜਦੋਂ ਵੀ ਕਦੇ ਪੰਜਾਬੀਆਂ ਨੂੰ ਲੱਗਿਆ ਕਿ ਸਾਡਾ ਇਹ ਬਦਲ ਬਣ ਸਕਦੇ ਹੈ, ਸੰਕਟ ਜੋ ਕੱਢ ਸਕਦੇ, ਇਹਨਾਂ ਨੇ ਹੁਮਾ ਕੇ ਹਮਾਇਤ ਦਿੱਤੀ। ਜਿੱਦਾਂ ਹੁਣ ਆਪ ਵਾਲਿਆਂ ਨੂੰ 92 ਕੋਈ ਸੋਚ ਵੀ ਨਹੀਂ ਸਕਦਾ, ਉਹ ਖੁਦ ਵੀ ਨਹੀਂ ਸੋਚ ਸਕਦੇ। ਹੁਣ ਵੱਖਰੀ ਗੱਲ ਹੈ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਬਾਰੇ ਉੱਠ ਰਹੀਆਂ, ਉਹ ਇੱਕ ਅਲੱਗ ਮਾਮਲਾ ਹੈ। ਪਰ ਪੰਜਾਬੀਆਂ ਨੇ ਤਾਂ 92 ਉਹਨਾਂ ਨੂੰ ਸੀਟਾਂ ਦਿੱਤੀਆਂ ਨਾ। ਇੱਦਾਂ ਹੀ ਜਦੋਂ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ, ਭਾਜਪਾ ਦੀ, ਇਹਨਾਂ ਨੂੰ ਜਿਹੜਾ ਜਿਸ ਤਰ੍ਹਾਂ 5 ਵਾਰ ਮੁੱਖ ਮੰਤਰੀ ਬਣਾਇਆ, ਪੰਜਾਬੀਆਂ ਨੇ ਬਣਾਇਆ ਨਾ। ਪੰਜਾਬੀਆਂ ਨੇ ਆਪ ਨੂੰ 92 ਸੀਟਾਂ ਨਹੀਂ ਦਿੱਤੀਆਂ। ਪੰਜਾਬੀਆਂ ਨੇ 92 ਸੀਟਾਂ ਤੇ ਅਕਾਲੀਆਂ ਤੇ ਕਾਂਗਰਸ ਨੂੰ ਠੋਕਿਆ। ਬਿਲਕੁਲ ਠੀਕ। ਉਹਨਾਂ ਦੀ ਸੋਚ ਇਹ ਸੀ, ਉਦੋਂ ਆਪ ਨੂੰ ਸੀਟਾਂ ਤੇ ਨਾ ਸੋਚ ਨਹੀਂ ਸੀ ਹੈਗੀ। ਸੋਚ ਇਹ ਸੀ ਕਿ ਇਹਨਾਂ ਨੂੰ ਠੋਕਣਾ ਹੈਗਾ। ਉਹਨਾਂ ਨੇ ਇਹਨਾਂ ਤੋਂ ਦੁਖੀ ਹੋ ਕੇ ਇਹਨਾਂ ਦੋ ਪਾਰਟੀਆਂ ਨੂੰ ਠੋਕਿਆ। ਔਰ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਇਹ ਦੋਨੋਂ ਪਾਰਟੀਆਂ ਜਿਹੜੀਆਂ ਨੇ ਅਜੇ ਵੀ ਇਹ ਆਪਣੇ 'ਚ ਕੋਈ ਤਬਦੀਲੀ ਨਹੀਂ ਲੈ ਕੇ ਆ ਰਹੀਆਂ। ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਚਲੇ ਗਏ, ਇਹ ਠੀਕ ਹੈ, ਲੋਕਾਂ ਦਾ ਉਹਨਾਂ ਨਾਲ ਪਿਆਰ ਸੀ, ਸਨੇਹ ਸੀ, ਉਹਨਾਂ ਦਾ ਵੀ ਇੱਕ ਸੋਚਣ ਦਾ ਢੰਗ ਡਿਫਰੈਂਟ ਸੀ ਅੱਜ ਦੀ ਲੀਡਰਸ਼ਿਪ ਨਾਲੋਂ, ਔਰ ਬੜੇ ਸਿਰੜੀ ਸਨ ਕਿਸਮ ਦੇ ਕਈ ਮਸਲਿਆਂ ਤੇ ਉਹਨਾਂ ਨੇ ਬਹੁਤ ਤੁਸੀਂ ਕਹਿ ਸਕਦੇ ਹੋ ਸਿਰੜ ਦੇ ਨਾਲ ਲੜਾਈ ਲੜੀ। ਲੇਕਿਨ ਜਿਹੋ ਜੀ ਲੀਡਰਸ਼ਿਪ
ਅੱਜ ਅਕਾਲੀ ਦਲ 'ਚ ਹੁਣ ਤੁਸੀਂ ਕਹਿ ਸਕਦੇ ਹੋ ਬਾਦਲ ਕਾਬਜ਼ ਤੋਂ ਹੋ ਬਾਅਦ ਗਈ ਹੈ, ਬਣੀ ਹੈ। ਹਾਵੀ ਹੋ ਗਈ ਹੈ। ਹੁਣ ਉਹ ਜੇ ਪੰਥਕ ਮੁੱਦਿਆਂ ਦੀ ਗੱਲ ਹੀ ਨਹੀਂ ਕਰਨਗੇ, ਮੈਨੂੰ ਦੱਸੋ ਅੱਜ ਕੋਈ ਅਕਾਲੀ ਲੀਡਰਸ਼ਿਪ ਚੰਡੀਗੜ੍ਹ ਦੀ ਗੱਲ ਕਰਦਾ ਨੋ ਕਿ ਚੰਡੀਗੜ੍ਹ ਪੰਜਾਬ ਦਾ? ਕੋਈ ਪਾਣੀਆਂ ਦੇ ਮੁੱਦਿਆਂ ਦੀ ਗੱਲ ਕਰਦਾ? ਬਲਕਿ ਮੈਂ ਤੁਹਾਨੂੰ ਨਾ ਵਿੱਚੋਂ ਟੋਕਣਾ ਚਾਹੁੰਦਾ, ਹਰਕਮਲ ਜੀ, ਜਿਸ ਦਿਨ ਆਪਣਾ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਸੀ, ਉਦੋਂ ਤੁਹਾਨੂੰ ਸੁਣ ਰਿਹਾ ਸੀ ਜਿਹੜੇ ਬਸਪਾ ਦਾ ਇਹ ਨੇਤਾ ਹੈਗੇ, ਉਹਨਾਂ ਨੇ ਤਾਂ ਗੱਲ ਕੀਤੀ ਖੁੱਲ੍ਹ ਕੇ। ਹਾਲਾਂਕਿ ਅਮਿਤ ਸ਼ਾਹ ਉੱਥੇ ਬੈਠਾ ਸੀ, ਉਹਨਾਂ ਨੇ ਕਹੀ ਗੱਲ ਕਿ ਜੀ ਸਾਨੂੰ ਰਾਜਧਾਨੀ ਦੀ ਗੱਲ ਹੈ, ਪਾਣੀ ਦੀ ਗੱਲ ਹੈ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈ, ਕਿ ਪੰਜਾਬ ਨਾਲ ਬਹੁਤ ਵੱਡੀਆਂ ਜ਼ਾਤੀਆਂ ਹੋ ਗਈਆਂ। ਪਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਬਿਲਕੁਲ ਹੀ ਕੋਈ ਗੱਲ ਨਹੀਂ ਕੀਤੀ। ਜੇ ਗੱਲ ਕੀਤੀ ਤਾਂ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਉੱਤੇ ਲੈ ਕੇ ਕੀਤੀ, ਇਸ ਤੋਂ ਇਲਾਵਾ ਕੋਈ ਇਸ ਇਸ਼ੂ ਦੇ ਉੱਤੇ ਆਏ ਨਹੀਂ। ਸ਼ਾਇਦ ਇਹੀ ਵਜ੍ਹਾ ਹੈਗੀ ਹੈ ਕਿ ਅੱਜ ਇਹ ਹਾਸ਼ੀਏ 'ਤੇ ਬੈਠੇ, ਜਦੋਂ ਲੋਕਾਂ ਨੂੰ ਵੀ ਲੱਗਦਾ ਹੈ ਕਿ ਸਾਡੇ ਹਿੱਤਾਂ ਦੀ ਗੱਲ ਨਹੀਂ ਕਰਦੇ। ਇਹਦੇ ਸਿਰ ਕਮਲ ਜੀ ਚੱਲਦਾ ਇੱਕ ਮੁੱਦਾ ਜਿੱਦਾਂ ਆਪਾਂ ਸ਼ੁਰੂ 'ਚ ਜ਼ਿਕਰ ਵੀ ਕੀਤਾ ਇਸ ਗੱਲ ਦਾ, ਇਹ ਇਲੈਕਸ਼ਨ 'ਚ ਦਲ ਬਦਲੀ ਵਾਲਾ ਮਾਮਲਾ ਵੀ ਕਾਫੀ ਭਾਰੂ ਰਿਹਾ। ਹੁਣ ਅਖੀਰ ਤੱਕ ਵੀ ਜਿਹੜਾ ਹੈਗਾ ਲੋਕ ਇੱਕ ਦੂਜੇ ਨਾਲ ਜਾ ਰਹੇ, ਜਿਵੇਂ ਮੈਂ ਕਿਹਾ ਚਰਨਜੀਤ ਅਟਵਾਲ ਇੱਕ ਦਿਨ ਪਹਿਲਾਂ ਗਏ ਹੈ, ਕੁਝ ਹੋਰ ਇੱਕ ਇਹਨਾਂ ਦਾ ਅਕਾਲੀ ਦਲ ਦਾ ਨੇਤਾ ਆਪ ਵਿੱਚ ਚਲਾ ਗਿਆ। ਇੱਕ ਦਿਲਚਸਪ ਸਥਿਤੀ ਜਿਹੜੀ ਹੈਗਾ ਕਮੈਂਟਸ ਮੈਂ ਕਹਾਂਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਸਾਹਮਣੇ ਆਇਆ। ਉਹਨਾਂ ਨੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਹਨਾਂ ਬਾਰੇ ਇਹ ਗੱਲ ਕਹਿ ਮਾਰੀ ਕਿ ਜੀ ਇਹ ਤਾਂ ਆਪ ਚਾਉਣ ਨੂੰ ਤਿਆਰ ਸੀ। ਇਹ ਬਹੁਤ ਹੀ ਦਿਲਚਸਪ ਸਥਿਤੀ ਹੈ, ਇਹੋ ਜਿਹਾ ਜਿਹੜਾ ਕਮੈਂਟ ਸਾਹਮਣੇ ਆਇਆ। ਦੇਖੋ ਜਗਤਾਰ ਜੀ, ਗੱਲ ਇਹ ਵੇ ਕਿ ਸਾਰੀ ਸਿਆਸਤ ਸਿਧਾਂਤਹੀਨ ਹੋ ਗਈ ਹੈ ਇਸ ਵੇਲੇ। ਸਿਧਾਂਤ ਤਾਂ ਕਿਸੇ ਦਾ ਕੋਈ ਹੈ ਨਹੀਂ, ਔਰ ਸੋਚ ਜਿਹੜੀ ਹੈ ਉਹ ਸਿਰਫ ਸੱਤਾ ਨੂੰ ਹਥਿਆਉਣ ਦੀ ਹੈ। ਉਹਨਾਂ ਨੇ ਅੱਜ ਜਿਹੜਾ ਬਿਆਨ ਦਿੱਤਾ ਹੈਗਾ ਪ੍ਰਤਾਪ ਸਿੰਘ ਬਾਜਵਾ ਬਾਰੇ ਕਿ ਵੀ ਸਾਡੀ ਪਾਰਟੀ 'ਚ ਇਹਨਾਂ ਨੇ ਕਿ ਕੰਡੀਸ਼ਨ ਲਾਈ ਸੀ ਕਿ ਮੈਂ ਤੁਹਾਡੀ ਪਾਰਟੀ 'ਚ ਆਉਣ ਬਾਰੇ ਸੋਚ ਸਕਣਾ, ਪਹਿਲਾਂ ਮੈਨੂੰ ਸੀਐਮ ਕੈਂਡੀਡੇਟ ਤੁਸੀਂ ਅਨਾਉਂਸ ਕਰੋ। ਉਹ ਠੀਕ ਹੈ, ਗੱਲ ਤੇ ਪਤਾ ਨਹੀਂ, ਚਲੋ ਪ੍ਰਤਾਪ ਸਿੰਘ ਬਾਜਵਾ ਨੇ ਉਹਨੂੰ ਟੋਟਲੀ ਡਿਨਾਈ ਕਰਤਾ ਹੈ। ਲੇਕਿਨ ਅਸਲੀਅਤ ਇਹ ਵੇ ਕਿ ਸਿਆਸਤਦਾਨਾਂ ਦਾ ਹਾਲ ਇਹੋ ਜਿਹਾ ਹੀ ਹੈ। ਭਗਵੰਤ ਮਾਨ ਨੇ ਤਾਂ ਚਲੋ ਕਹਿਤਾ, ਜੇ ਤੁਸੀਂ ਭਗਵੰਤ ਮਾਨ ਦੀ ਮਗਰਲੀ 10 ਸਾਲ ਦੀ ਸਿਆਸਤ ਦੇਖੋ, ਇਹਨਾਂ ਨੇ ਕਿੰਨੀਆਂ ਪਾਰਟੀਆਂ ਬਦਲੀਆਂ ਆਪ। ਤੁਸੀਂ ਦੇਖੋ ਨਾ, ਇੱਕ ਤੋਂ ਕਿੱਥੋਂ ਛਲਾਂਗ ਮਾਰੀ, ਕਿੱਥੋਂ ਛਲਾਂਗ ਮਾਰੀ। ਜਿਹੜਾ ਹੈਗਾ ਚਲੋ ਅੱਜ ਦਾ ਉਹਨਾਂ ਦਾ ਮੁੱਦਾ ਨਹੀਂ, ਆਪਾਂ ਮਨਪ੍ਰੀਤ ਬਾਦਲ ਦੀ ਗੱਲ ਕਰਦੇ ਹੁੰਦੇ ਆ। ਹੁਣ ਉਹ ਭਾਜਪਾ 'ਚ ਗਏ ਤੇ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਭਾਜਪਾ ਨੇ ਬਹੁਤ ਚੰਗਾ ਕੀਤਾ ਮਨਪ੍ਰੀਤ ਬਾਦਲ ਨੂੰ ਲੈ ਲਿਆ, ਕਿਉਂਕਿ ਉਹਨਾਂ ਕੋਲ ਸਾਰੀਆਂ ਪਾਰਟੀਆਂ ਦਾ ਤਜਰਬਾ ਹੈ। ਅਕਾਲੀ ਦਲ ਦਾ ਉਹਨਾਂ ਕੋਲ ਤਜਰਬਾ, ਕਾਂਗਰਸ ਦਾ ਉਹਨਾਂ ਕੋਲ ਤਜਰਬਾ, ਵੱਖਰੀ ਪਾਰਟੀ ਬਣਾਉਣ ਦਾ। ਭਗਵੰਤ ਮਾਨ ਦੇ ਨਾਲ ਵੀ ਰਹੇ ਨੇ, ਭਗਵੰਤ ਮਾਨ ਵੀ ਉਹਨਾਂ ਦੀ ਪਾਰਟੀ 'ਚ ਰਿਹਾ ਹੋਇਆ, ਉਹ ਵੀ ਉਹਨਾਂ ਦੀ ਪਾਰਟੀ 'ਚ ਇਲੈਕਸ਼ਨ ਲੜਿਆ ਹੋਇਆ। ਸੋ ਦਲ ਬਦਲੀ ਦਾ ਜਿਹੜਾ ਮਾਮਲਾ, ਉੱਥੋਂ ਕਿਤੇ ਇਹ ਵੀ ਲੱਗਦਾ ਕਿ ਲੋਕ ਮੁੱਦਿਆਂ ਦੇ, ਹੁਣ ਆਪਾਂ ਜਲੰਧਰ ਲੋਕ ਸਭਾ ਦੀ ਇਲੈਕਸ਼ਨ ਦਾ ਜਿੱਦਾਂ ਜ਼ਿਕਰ ਕੀਤਾ ਹੈ, ਉਹਦੇ 'ਚ ਮੁੱਦਿਆਂ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਕਰਕੇ ਇਲੈਕਸ਼ਨ, ਸਾਰੀ ਇਲੈਕਸ਼ਨ ਇਸ ਢੰਗ ਨਾਲ ਲੰਘਾਈ ਗਈ ਹੈ ਕਿ ਕੋਈ ਕੌਣ ਕਿੱਧਰ ਆ ਰਿਹਾ, ਜੇ ਇਹੋ ਜਿਹਾ ਸ਼ੋਸ਼ਾ, ਜੇ ਇਹੋ ਜਿਹੀ ਗੱਲ ਛੱਡੀ ਜਾਵੇ ਜਿਹਦੇ ਨਾਲ ਲੋਕਾਂ ਦੀ ਭਲਾਈ ਦਾ ਕੋਈ ਲੈਣਾ ਦੇਣਾ ਨਹੀਂ ਹੈ, ਉਹਨਾਂ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ। ਦੇਖੋ ਜਲੰਧਰ ਦੀ ਜਿਹੜੀ ਲੋਕ ਸਭਾ ਦੀ ਸੀਟ ਹੈਗੀ ਆ, ਉਹ ਹਾਲਾਂਕਿ ਜੇ ਮੰਨਿਆ ਜਾਵੇ ਤਾਂ ਦੁਆਬੀਏ ਬੜੇ ਪੜ੍ਹੇ ਲਿਖੇ, ਵੱਡੀ ਗਿਣਤੀ 'ਚ ਵਿਦੇਸ਼ਾਂ 'ਚ ਬੈਠੇ ਆ, ਪ੍ਰਵਾਸੀ ਪੰਜਾਬੀ ਹੈ, ਪਰ ਉਹਨਾਂ ਦੀ ਬਿਹਤਰੀ ਦੇ ਲਈ ਕੋਈ ਆਸ ਉਮੀਦ ਵਾਲੀ ਕੋਈ ਗੱਲ ਨਹੀਂ। ਸਿਰਫ ਇੱਕ ਦੂਜੇ ਦੀ ਚੱਕੜਛਾਲੀ ਜਾਂ ਕਿਵੇਂ ਦਲ ਬਦਲੀ ਕਰਕੇ ਕੋਈ ਉੱਧਰੋਂ ਖਿੱਚਿਆ ਜਾ ਸਕਦਾ ਹੈ, ਕੋਈ ਉੱਧਰੋਂ ਲਿਆ ਜਾ ਸਕਦਾ। ਭਗਵੰਤ ਮਾਨ ਹੋਣਾ ਨੂੰ ਵੀ 1 ਸਾਲ ਹੋ ਗਿਆ, ਮੈਨੂੰ ਲੱਗਦਾ ਇਹਨਾਂ ਨੂੰ ਕੀ ਕਰਕੇ ਜਗਤਾਰ ਦੀ ਲੋਕੀ ਬੇਸ਼ਰਮ ਹੋ ਗਏ ਨੇ। ਇੱਕ ਤੇ ਹੁੰਦਾ ਨਾ ਇੱਕ ਪੱਧਰ ਹੁੰਦਾ ਲੋਕਾਂ ਦਾ, ਉਹ ਲੋਕ ਬੇਸ਼ਰਮ ਹੋ ਗਏ ਨੇ, ਉਹ ਕਹਿੰਦੇ ਜੋ ਕਿਸੇ ਨੇ ਕਹਿਣਾ ਕਹੇ। ਲੋਕੀ ਨਾ ਪਾਰਟੀ ਬਦਲਣ ਨੂੰ ਦੇਰ ਲਾਉਂਦੇ ਨੇ, ਨਾ ਉਹਨਾਂ ਦਾ ਕੋਈ ਏਜੰਡਾ ਜ਼ਿੰਦਗੀ 'ਚ ਹੈਗਾ। ਹਰ ਜਿਹੜਾ ਸਿਆਸੀ ਬੰਦਾ ਹੈ ਉਹ ਕੋਈ ਨਾ ਕੋਈ ਸਿਆਸੀ ਏਜੰਡਾ ਨਹੀਂ, ਆਪਣਾ ਪਰਸਨਲ ਏਜੰਡਾ ਲੈ ਕੇ ਬੈਠਾ ਹੋਇਆ। ਉਹਨਾਂ ਦੇ ਆਪਣੇ ਜ਼ਿੰਦਗੀ 'ਚ ਟੀਚੇ ਨੇ, ਆਪਣੇ ਨਿਸ਼ਾਨੇ ਨੇ। ਹਰ ਬੰਦਾ ਜ਼ਿੰਦਗੀ 'ਚ ਬੜੀ ਤੇਜ਼ੀ ਦੇ ਨਾਲ ਅਮੀਰ ਬਣਨਾ ਚਾਹੁੰਦਾ, ਪੈਸਾ ਹਥਿਆਉਣਾ ਚਾਹੁੰਦਾ। ਹਰਕਮਲ ਜੀ, ਮੈਂ ਤੁਹਾਡੀ ਗੱਲ ਵਿੱਚੋਂ ਟੋਕ ਰਿਹਾ। ਦੇਖੋ ਕਿੱਦਾਂ ਪਰਸਨਲ ਏਜੰਡੇ, ਜਿੱਦਾਂ ਤੁਸੀਂ ਏਜੰਡੇ ਦੀ ਗੱਲ ਕੀਤੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ 2 ਪ੍ਰਧਾਨ, ਮਨਜਿੰਦਰ ਸਿਰਸਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਓ, ਉਹਨਾਂ ਦੇ ਸੀਨੀਅਰ ਸੀਗੇ, ਉਹ ਛੱਡ ਕੇ ਭਾਜਪਾ 'ਚ। ਬੀਬੀ ਜਗੀਰ ਕੌਰ ਨੇ ਭਾਵੇਂ ਸਿੱਧੇ ਤੌਰ ਤੇ ਜਾਣ ਦਾ ਐਲਾਨ ਨਹੀਂ ਕੀਤਾ, ਪਰ ਕਸਰ ਤਾਂ ਕੋਈ ਛੱਡੀ ਨਹੀਂ ਨਾ ਭਾਜਪਾ ਦੀ। ਜਦੋਂ ਹਮਾਇਤ ਕਰਤੀ ਤਾਂ ਮਤਲਬ ਬਾਕੀ ਸਾਰੇ ਮਾਮਲਿਆਂ ਤੋਂ ਤਾਂ ਅਲੱਗ ਥਲੱਗ ਹੋ ਗਏ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਮੈਨੂੰ ਯਾਦ ਹੈ ਕਿ ਜਦੋਂ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ ਤਾਂ ਅਕਾਲੀ ਦਲ ਦੇ ਅੰਦਰ ਵੀ ਬੜੀ ਇਹ ਗੱਲ ਦੀ ਹੋਈ ਕਿ ਦੇਖੋ ਜੀ, ਪਹਿਲੇ ਮਹਿਲਾ SGPC ਦੇ ਪ੍ਰਧਾਨ ਹੈ ਜਿਨ੍ਹਾਂ ਨੂੰ ਬਣਾਇਆ ਗਿਆ, ਉਹ ਵੀ ਭਾਜਪਾ ਜਾ ਕੇ ਬੈਠ ਗਏ। ਜਾਣੀ ਜਾਤੀ ਏਜੰਡਾ, ਜਾਣੀ ਤੁਸੀਂ ਕਿੱਥੋਂ ਫਾਇਦਾ ਲਿਆ ਜਾ ਸਕਦਾ ਹੈ, ਸੱਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ, ਲੋਕਾਂ ਦਾ ਇਸੇ ਕਰਕੇ ਸ਼ਾਇਦ ਹਰਕਮਲ ਜੀ ਮੈਨੂੰ ਲੱਗਦਾ ਜਦੋਂ ਫੇਥ ਜਾ ਰਿਹਾ ਮੁੱਦਿਆਂ ਦਾ, ਲੋਕਾਂ ਦਾ ਪੋਲੀਟੀਕਲ ਲੀਡਰਸ਼ਿਪ 'ਚੋਂ ਫੇਥ ਹੀ ਇਸੇ ਲਈ ਜਾ ਰਿਹਾ ਹੈ। ਤੁਸੀਂ ਦੇਖੋ ਲੋਕਾਂ ਦਾ ਕੀ ਕਿਰਦਾਰ ਸਾਹਮਣੇ ਆ ਰਿਹਾ ਸਿਆਸੀ ਬੰਦਿਆਂ ਦਾ। ਆ ਪ੍ਰੈਜ਼ੈਂਟ ਗਵਰਨਮੈਂਟ ਜਿਹੜੀ ਹੈ, 4ਥੇ ਮੰਤਰੀ ਦੀ ਤਿਆਰੀ ਹੈਗੀ ਹੈ ਕੱਢਣ ਲਈ।
ਤੁਸੀਂ ਦੇਖੋ ਕਿਹੋ ਜਿਹਾ ਕਿਰਦਾਰ ਲੋਕਾਂ ਦਾ ਆਉਂਦਿਆਂ ਹੀ ਪਹਿਲਾਂ ਸਰਕਾਰ 'ਚ ਲੋਕੀ ਪੈਸੇ ਬਣਾਉਣ ਲੱਗ ਪੈਂਦੇ ਨੇ। ਆਹ ਵੇਖ ਲਓ ਤੁਹਾਡੇ ਸਾਹਮਣੇ ਫਸੇ ਨੇ ਕਈ ਮੰਤਰੀ ਨਿਕਲੇ ਨੇ। ਆਹ ਹੁਣ ਜਿਹੜੀ ਲੇਟੈਸਟ ਜਿਹੋ ਜਿਹੀ ਵੀਡੀਓ ਆ ਰਹੀਆਂ ਨੇ, ਤੁਸੀਂ ਇਹਦੇ ਤੋਂ ਅੰਦਾਜ਼ਾ ਲਗਾਓ ਕਿ ਕਿਸ ਮਿਆਰ ਦੇ ਬੰਦੇ ਕਦਰ ਨਗਾਰ ਹੋ ਗਿਆ। ਹਾਂ, ਕਿਸ ਮਿਆਰ ਦੇ ਬੰਦੇ ਅੱਜ ਕੱਲ੍ਹ ਸਿਆਸਤ 'ਚ ਆ ਰਹੇ ਨੇ ਔਰ ਉਹ ਮੰਤਰੀ ਬਣ ਰਹੇ ਨੇ। ਤੁਸੀਂ ਉਹਨਾਂ ਤੋਂ ਕਿਹੋ ਜਿਹਾ ਸਮਾਜ ਸਿਰਜਣ ਦੀ ਆਸ ਰੱਖ ਸਕਦੇ ਹੋ? ਉਮੀਦ ਰੱਖ ਸਕਦੇ ਬਿਲਕੁਲ। ਔਰ ਜਦੋਂ ਨਗਾਰ ਦੀ ਗੱਲ ਕਰਦੇ ਆ ਹਰਕਮਲ ਜੀ, ਉਹਦੇ 'ਚ ਇਹ ਨਹੀਂ ਕਿ ਇੱਕ ਧਿਰ ਹੈ, ਸਾਰੀਆਂ ਹੀ ਧਿਰਾਂ ਉਹਦੇ 'ਚ ਸ਼ਾਮਲ ਹੈ। ਇਹ ਦੇਖਦੀਆਂ ਕਿ ਜਦੋਂ ਇੱਕ ਕਾਬੂ ਆਉਂਦਾ ਹੈ ਤਾਂ ਉਹਨੂੰ ਛਾਂਗਣ ਦੀ ਇੱਕ ਕਸਰ ਨਹੀਂ ਛੱਡਦੇ, ਸਾਰੇ ਇਕੱਠੇ ਹੋ ਕੇ ਉਸਦੇ ਉੱਤੇ ਅਟੈਕ ਕਰਦੇ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਦਬਾਇਆ ਜਾ ਸਕਦਾ ਹੈ। ਇਹੀ ਮੁੱਦਾ ਕਿਤੇ ਉਹਨਾਂ ਬਾਰੇ ਆਉਂਦਾ ਹੈ ਤਾਂ ਉਹਨਾਂ ਦੀ ਬੋਲੀ ਹੋਰ ਬਦਲ ਜਾਂਦੀ ਹੈ। ਜਦੋਂ ਹੁਣ ਦਲ ਬਦਲੀਆਂ ਦੇ ਮਾਮਲੇ 'ਚ ਗੱਲ ਕਰਦੇ, ਸਰਕਾਰਾਂ ਦੀ ਪਰਫਾਰਮੈਂਸ ਦੀ ਗੱਲ ਕਰਦੇ ਹਾਂ, ਤੇ ਪੰਜਾਬ ਦੇ ਅੰਦਰ ਕਾਂਗਰਸ ਵੀ ਲੰਬਾ ਸਮਾਂ ਤੇ ਰਹੀ ਹੈ, ਅਕਾਲੀ ਦਲ ਭਾਜਪਾ ਵੀ ਰਹੇ ਹੈ, ਆਪ ਵਾਲੇ ਹੁਣ ਆਏ ਆ। ਹੁਣ ਉਹ ਕਹਿੰਦੇ ਆ ਕਿ ਕਾਂਗਰਸ ਵਾਲੇ ਵੀ ਤੇ ਅਕਾਲੀ ਦਲ ਵੀ ਕਿ ਸਾਨੂੰ ਮੌਕਾ ਦਿਓਗੇ ਤਾਂ ਅਸੀਂ ਪੰਜਾਬ ਨੂੰ ਬਿਹਤਰ ਬਣਾ ਸਕਦੇ ਹਾਂ, ਕਿਉਂਕਿ ਆਪ ਨੇ ਬਿਲਕੁਲ ਹੀ ਬੇੜਾ ਗਰਕ ਕਰਤਾ। ਖੈਰ ਇਹਦਾ ਜਵਾਬ ਤਾਂ ਹੁਣ ਜਲੰਧਰ ਦੇ ਲੋਕਾਂ ਨੇ ਦੇ ਹੀ ਦੇਣਾ, ਕਿਸ ਨੇ ਕਿਸ ਦਾ ਬੇੜਾ ਗਰਕ ਕੀਤਾ। ਪਰ ਜੇ ਪੰਜਾਬ ਦੀ ਬਿਹਤਰੀ ਜਿੱਦਾਂ ਤੁਸੀਂ ਕਹਿ ਰਹੇ ਹੋ, ਅਗਰ ਪੰਜਾਬ ਦੀ ਬਿਹਤਰੀ ਕਰੀ ਹੁੰਦੀ, ਅਕਾਲੀ ਦਲ ਨੇ ਕਰੀ ਹੁੰਦੀ ਜਾਂ ਕਾਂਗਰਸ ਨੇ ਕਰੀ ਹੁੰਦੀ, ਤਾਂ ਸ਼ਾਇਦ ਆਪ ਨੂੰ ਇਹ ਮੌਕਾ ਹੀ ਨਹੀਂ ਮਿਲਦਾ ਅੱਗੇ ਆਉਣ ਦਾ। ਇਹੀ ਵਜ੍ਹਾ ਹੈਗੀ ਹੈ ਜਿਹਦੇ ਕਰਕੇ ਜਿਹੜਾ ਇਹੋ ਜਿਹੀਆਂ ਪਰਿਸਥਿਤੀਆਂ ਬਣੀਆਂ ਜਿਹੜੀਆਂ ਹੈਗੀਆਂ। ਹਰਕਮਲ ਜੀ, ਆਪਾਂ ਟੈਕਨੀਕਲ ਤੌਰ 'ਤੇ ਇਹਨਾਂ ਮੁੱਦਿਆਂ 'ਤੇ ਬ੍ਰੇਕ ਲਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਇਸ਼ੂ ਇਹ ਵੀ ਜ਼ਰੂਰ ਅਹਿਮ ਹੈ ਕਿ ਕੀ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਬਾਅਦ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਹੈਗੀ ਹੈ, ਲੱਗਦਾ ਹੈ ਕਿ ਉਹਨਾਂ ਨੂੰ ਕੋਈ ਹੁੰਗਾਰਾ ਜਾਂ ਆਪਣੇ ਪੈਰ ਜਮਾ ਸਕਣਗੇ? ਕਿਉਂਕਿ ਵੱਡਾ ਸਵਾਲ ਹੈ, ਇਸ ਮੁੱਦੇ 'ਤੇ ਆਪਾਂ ਚਰਚਾ ਕਰਾਂਗੇ ਬ੍ਰੇਕ ਦੇ ਪਹਿਲਾਂ, ਪਰ ਜਿੰਨੀ ਕਿ ਇਹਦੇ 'ਤੇ ਆਪਣੇ 'ਤੇ ਗੱਲ ਹੋ ਸਕਦੀ ਹੈ। ਜਗਤਾਰ ਜੀ, ਉਹਦੇ 'ਚ ਮਸਲਾ ਇਹ ਹੈਗਾ ਹੈ ਕਿ ਕੀ ਸੁਖਬੀਰ ਸਿੰਘ ਆਪਣੀ ਐਕਸੈਪਟੇਬਿਲਿਟੀ ਪਾਰਟੀ 'ਚ ਬਣਾ ਸਕਣਗੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ? ਹੁਣ ਤੱਕ ਤੇ ਲੋਕਾਂ ਨੂੰ ਬਾਦਲ ਸਾਹਿਬ ਦੀ ਸ਼ਰਮ ਸੀ, ਬਾਦਲ ਸਾਹਿਬ ਦਾ ਡਰ ਹੈਗਾ ਸੀ, ਉਹਨਾਂ ਦੀ ਇੱਜ਼ਤ ਕਰਦੇ ਸੀ, ਉਹ ਸੁਖਬੀਰ ਦੇ ਖਿਲਾਫ ਨਹੀਂ ਬੋਲਦੇ ਸੀ। ਲੇਕਿਨ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਸੁਖਬੀਰ ਨੂੰ ਹੁਣ ਪਾਰਟੀ 'ਚ ਆਪਣੀ ਐਕਸੈਪਟੇਬਿਲਿਟੀ ਬਣਾਉਣ ਲਈ ਉਹਨੂੰ ਕਾਫੀ ਜ਼ੋਰ ਲਾਉਣਾ ਪਏਗਾ, ਕਾਫੀ ਮਿਹਨਤ ਕਰਨੀ ਪਏਗੀ ਔਰ ਕਾਫੀ ਕੁਝ ਬਦਲਣਾ ਪਏਗਾ ਆਪਣੀ ਸੋਚ 'ਚ, ਆਪਣੇ ਕੰਮ ਕਰਨ ਦੇ ਤੌਰ ਤਰੀਕੇ ਕਾਫੀ ਤਬਦੀਲੀ ਲੈ ਕੇ ਆਉਣੀ ਪਏਗੀ। ਜੇ ਉਹ ਲਿਆ ਸਕਣਗੇ ਕਾਮਯਾਬ ਹੋ ਜਾਣਗੇ, ਨਹੀਂ ਤੇ ਮੈਨੂੰ ਲੱਗਦਾ ਕਾਮਯਾਬੀ ਐਡੀ ਆਸਾਨ ਨਹੀਂ ਹੋਏਗੀ। ਦੇਖੋ, ਅਕਾਲੀ ਦਲ ਨੂੰ ਵੀ ਨਵੇਂ ਸਿਰੇ ਤੋਂ ਖੜਾ ਕਰਨਾ ਪੈਣਾ। ਜਿਹੜੇ ਟ੍ਰੈਡੀਸ਼ਨਲ ਅਕਾਲੀ ਸਨ, ਉਹ ਮਗਰਲੇ ਟਾਈਮ ਦੇ ਵਿੱਚ ਹੌਲੀ ਹੌਲੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਟਕਸਾਲੀ ਅਕਾਲੀ, ਉਹ ਸਾਰੇ ਭੱਜ ਪੁੱਜ ਗਏ ਨੇ ਛੱਡ ਕੇ। ਹੁਣ ਟਕਸਾਲੀ ਅਕਾਲੀ ਕੋਈ ਨਹੀਂ ਰਹਿ ਗਿਆ ਇਹਨਾਂ ਨਾਲ। ਹੁਣ ਤੇ ਕੋਈ ਨਵੀਂ ਕਿਸਮ ਦੇ ਹੀ ਨੇ ਸਾਰੇ। ਉਹ ਨਾ ਹੀ ਉਹਨਾਂ ਦੇ ਕੁਝ, ਜੇ ਤੁਸੀਂ ਨਾਮ ਹੀ ਸੁਣੋ ਨਵੇਂ ਲੀਡਰਾਂ ਦੇ, ਉਹ ਵੀ ਅਕਾਲੀਆਂ ਵਾਲੇ ਨਹੀਂ ਤੁਹਾਨੂੰ ਲੱਗਦੇ। ਉਹ ਤੇ ਚਲੋ ਅੱਜ ਦਾ ਮੌਕਾ ਨਹੀਂ ਆਪਣਾ। ਹਰਕਮਲ ਜੀ, ਮੈਨੂੰ ਯਾਦ ਹੈ ਇੱਕ ਵਾਰੀ ਮੈਂ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਨੂੰ, ਅਸੀਂ ਉੱਥੇ ਅਕਾਲ ਤਖ਼ਤ ਸਾਹਿਬ ਤੇ ਮੈਂ ਤੇ ਇੱਕ ਹੋਰ ਜਨਰਲ ਸੀ ਮਿਲਣ ਗਏ, ਤਾਂ ਬਲਵੰਤ ਸਿੰਘ ਉਹਨਾਂ ਦਿਨਾਂ 'ਚ ਜਿਹੜੇ ਮਿਨਿਸਟਰ ਰਹਿ ਚੁੱਕੇ ਸੀ, ਫਾਈਨੈਂਸ ਮਿਨਿਸਟਰ, ਉਹ ਸੰਤ ਜਰਨੈਲ ਸਿੰਘ ਤਖਤਪੁਰ 'ਤੇ ਬੈਠੇ ਸੀ ਤੇ ਉਹ ਦਰੀ 'ਤੇ ਬੈਠੇ ਸੀ ਬਲਵੰਤ ਸਿੰਘ ਹੁਣੀ। ਤਾਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਕਹਿ ਰਿਹਾ ਕਿ ਮੈਂ ਅਕਾਲੀ, ਮੈਂ ਚੌਨੀ ਦੀ ਪਰਚੀ ਵਾਲਾ ਕਾਲੀ ਨਹੀਂ ਹੈ। ਸੋ ਇਸ ਕਰਕੇ ਹੁਣ ਤਾਂ ਇਹ ਫੈਸਲਾ ਕਰਨਾ ਬੜਾ ਔਖਾ ਹੈ ਕਿ ਅਕਾਲੀ ਕੌਣ ਹੈ ਤੇ ਕਾਲੀ ਕੌਣ ਹੈ। ਜਿਹੜਾ ਜ਼ਿਆਦਾ ਕਾਲੀ ਨੇ ਹੁਣ, ਅਕਾਲੀ ਤੇ ਨਹੀਂ ਹੈਗੇ ਬਹੁਤੇ, ਉਹ ਕਾਲੀ ਰਹਿ ਗਏ ਨੇ। ਉਹ ਠੀਕ ਹੈ ਗੱਲ ਤੁਹਾਡੀ ਬਿਲਕੁਲ। ਸੋ ਮੈਨੂੰ ਲੱਗਦਾ ਕਿ ਇਹ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਖੜਾ ਕਰਨਾ ਪਏਗਾ। ਉਹ ਜਿਹਾ ਏਜੰਡਾ ਲੈ ਕੇ, ਜੋ ਅਸਲ ਅਕਾਲੀ ਦਲ ਦਾ ਏਜੰਡਾ ਸੀ, ਉਹ ਲੈ ਕੇ ਅੱਗੇ ਵਧਣਾ ਪਏਗਾ। ਬਿਲਕੁਲ ਸਹੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਸੀ, ਉਸ ਦਿਨ ਇਹ ਗੱਲ ਛੇੜੀ ਕਿ ਸਿੱਖ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ। ਇਕੱਲਾ ਉਹਨਾਂ ਨੇ, ਜਿੱਦਾਂ ਮੈਂ ਸ਼ੁਰੂ 'ਚ ਵੀ ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਇਸੇ ਮੁੱਦੇ 'ਤੇ ਗੱਲ ਕੀਤੀ। ਪਰ ਗੱਲ ਕਰਦਿਆਂ ਚਾਹੇ ਜਥੇਦਾਰ ਵੱਲੋਂ ਗੱਲ ਕੀਤੀ ਗਈ, ਚਾਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਗੱਲ ਕੀਤੀ ਗਈ, ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਸੁਨੇਹਾ ਦਿੱਤਾ ਕਿ ਇੱਕ ਤਰੀਕੇ ਨਾਲ ਕਿ ਸੁਖਬੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ, ਉਹਦੇ ਹੇਠਾਂ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਕੀਤੀ ਗਈ। ਹੁਣ ਫਿਰ ਉਹਨਾਂ ਨੇ ਬਾਅਦ 'ਚ ਜਥੇਦਾਰ ਸਾਹਿਬ ਨੇ ਇਸ ਮੁੱਦੇ 'ਤੇ ਗੱਲ ਕੀਤੀ ਹੈ ਕਿ ਪੰਜਾਬ ਦੇ ਵੱਡੇ ਮਸਲੇ ਹੈ। ਇਸ ਵਾਰ ਉਹਨਾਂ ਨੇ ਪੰਥ ਦੇ ਨਾਲ ਨਾਲ ਇਹ ਵੀ ਕਿਹਾ, ਪੰਜਾਬ ਦੇ ਸੰਕਟ ਦੀ ਗੱਲ ਕੀਤੀ ਹੈ, ਸਰਕਾਰਾਂ ਦੀ ਗੱਲ ਕੀਤੀ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਦੇਖੋ ਜੀ, ਪੰਜਾਬ ਦੇ ਬੱਚੇ ਬਾਹਰ ਜਾ ਰਹੇ ਹੈ, ਰੁਜ਼ਗਾਰ ਕੋਈ ਨਹੀਂ ਗਾ, ਪੰਜਾਬ 'ਚ ਨਸ਼ਿਆਂ ਦਾ ਬਹੁਤ ਵੱਡਾ ਬੋਲਬਾਲਾ ਹੈ, ਕੋਈ ਟਿਕਾਣਾ ਨਹੀਂ ਹੈ, ਕਿਸਾਨੀ ਦੀ ਮਾੜੀ ਹਾਲਤ ਹੈ। ਦੂਜੇ ਮੁੱਦਿਆਂ ਨੂੰ ਲੈ ਕੇ ਵੀ ਉਹਨਾਂ ਨੇ
ਚਰਚਾ ਕੀਤੀ ਹੈ ਕਿ ਸਰਕਾਰਾਂ ਕੋਈ ਸੁਣਵਾਈ ਨਹੀਂ ਕਰ ਰਹੀਆਂ। ਜੇ ਪੰਜਾਬ ਨੂੰ ਸੰਕਟ ਚੋਂ ਕੱਢਣਾ ਤੇ ਵੱਖ-ਵੱਖ ਪੰਥਕ ਤਰ੍ਹਾਂ ਨੂੰ ਸਿਰ ਜੋੜਨ ਦੀ ਲੋੜ ਆ। ਹੁਣ ਸਿਰ ਜੋੜਨ ਦੀ ਲੋੜ ਤਾਂ ਜਥੇਦਾਰ ਸਾਹਿਬ ਬਿਲਕੁਲ ਠੀਕ ਕਹਿ ਰਿਹਾ, ਪਰ ਮੈਂ ਦੂਜੇ ਪੰਥਕ ਆਗੂਆਂ ਦੀ ਜਦੋਂ ਗੱਲ ਸੁਣਦਾ ਉਹ ਕਹਿੰਦੇ ਵੀ ਫਿਰ ਇਹ ਗੱਲ ਕਬਲ ਇੱਥੋਂ ਤੱਕ ਹੀ ਸੀਮਿਤ ਹੈ ਕਿ ਸੁਖਬੀਰ ਬਾਦਲ ਜੇ ਲੀਡਰ ਹੋਏਗਾ ਤਾਂ ਸਿਰ ਜੋੜੇ ਜਾ ਸਕਦੇ ਆ, ਉਹ ਤੋਂ ਬਗੈਰ ਨਹੀਂ ਜੋੜੇ ਜਾ ਸਕਦੇ। ਹੁਣ ਇਹ ਵੱਡਾ ਸਵਾਲ ਹੈ ਕਿ ਕੀ ਸੁਖਬੀਰ ਬਾਦਲ ਦੀ ਅਗਵਾਈ ਦੇ ਹੇਠਾਂ ਜਿਹੜਾ ਪੰਥਕ ਤਰ੍ਹਾਂ ਇਕੱਠੀਆਂ ਹੋ ਸਕਦੀਆਂ ਜਾਂ ਕੋਈ ਹੋਰ ਰਸਤਾ ਵੀ ਹੋ ਸਕਦਾ ਹੈ। ਜੇ ਆਪਾਂ ਗੱਲ ਕਰਦੇ ਹਾਂ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੇ ਮੀਟਿੰਗ ਕਰਕੇ ਗੱਲ ਕਹੀ ਹੈ ਆਪਣੇ ਹਮਾਇਤੀਆਂ ਦੇ ਨਾਲ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਅਸਤੀਫੇ ਲੈ ਜਾਣ, ਅਸਤੀਫੇ ਲੈ ਕੇ ਇੱਕ ਕੋਈ ਪੰਥਕ ਕਮੇਟੀ ਬਣ ਜੇ, ਵਿੱਚ ਇੱਕ ਅਗਵਾਈ ਉਹਦੀ ਜਥੇਦਾਰ ਕਰਨ, ਬਾਅਦ 'ਚ ਇੱਕ ਸਿਸਟਮ ਬਣ ਜੇ ਤੈਅ ਹੋ ਜੇ ਜਿਹਦੇ ਅਧੀਨ ਇਕੱਠੇ ਚੱਲਿਆ ਜਾ ਸਕਦਾ। ਕੀ ਇਹ ਗੱਲ ਪੋਸੀਬਲ ਹੈ? ਕਿਉਂਕਿ ਸੁਖਬੀਰ ਬਾਦਲ ਹੋਣਾ ਨੇ ਅੱਜ ਤੱਕ ਤਾਂ ਜੋ ਵੀ ਪਾਰਟੀ ਦੇ ਅੰਦਰ ਤੇ ਪਾਰਟੀ ਦੇ ਬਾਹਰ ਸਵਾਲ ਉੱਠੇ, ਅਸਤੀਫਾ ਦੇਣ ਦੇ ਮਾਮਲੇ 'ਤੇ ਤਾਂ ਸਹਿਮਤੀ ਹੋਈ ਨਹੀਂ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਿਉਂਦਿਆਂ ਵੀ ਇਹ ਮਾਮਲਾ ਉੱਠਿਆ, ਉਦੋਂ ਸਹਿਮਤੀ ਨਹੀਂ ਹੋਈ। ਕੀ ਹੁਣ ਇਹ ਸਹਿਮਤੀ, ਇਸ ਗੱਲ 'ਤੇ ਸਹਿਮਤੀ ਜਾਂ ਪੋਸੀਬਿਲਿਟੀ ਹੋ ਸਕਦੀ ਹੈ? ਇਹ ਆਪਣੇ ਆਪ 'ਚ ਵੱਡਾ ਸਵਾਲ ਕੇਵਲ ਸੁਖਬੀਰ ਬਾਦਲ ਨਾਲ ਹੀ ਨਹੀਂ, ਸਗੋਂ ਪੰਥਕ ਤਰ੍ਹਾਂ ਦੀ ਏਕਤਾ ਦੇ ਨਾਲ ਵੀ ਜੁੜਿਆ ਹੋਇਆ। ਅਕਾਲ ਤਖ਼ਤ ਦੇ ਜਥੇਦਾਰ ਦਾ ਕਹਿਣਾ ਹੀ ਆਪਣੇ ਆਪ 'ਚ ਕਾਫੀ ਨਹੀਂ ਹੈ ਕਿ ਜ਼ਮੀਨੀ ਹਕੀਕਤਾਂ ਦੇ ਉੱਤੇ ਇਸ ਨੂੰ ਇੰਪਲੀਮੈਂਟ ਕੀਤਾ ਜਾ ਸਕਦਾ, ਲਾਗੂ ਕੀਤਾ ਜਾ ਸਕਦਾ ਹੈ। ਬਹੁਤ ਵੱਡਾ ਮਾਮਲਾ ਇਹ। ਹਰਕਮਲ ਜੀ ਕਿਵੇਂ ਦੇਖਦੇ ਹੋ? ਕਿਉਂਕਿ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਨੇ ਪਹਿਲਾਂ ਵੀ ਕਿਹਾ, ਹੁਣ ਵੀ ਕਿਹਾ ਕਿ ਪੰਥਕ ਤਰ੍ਹਾਂ ਇਕੱਠੀਆਂ ਹੋਣ, ਲੀਡਰਸ਼ਿਪ ਇਕੱਠੀ ਹੋਵੇ, ਪੰਜਾਬ ਵੱਡੇ ਸੰਕਟ 'ਚ ਹੈ, ਪੰਥਕ ਸ਼ਕਤੀ ਮਜ਼ਬੂਤ ਹੋਵੇ। ਹੁਣ ਪੰਥਕ ਸ਼ਕਤੀ ਕੀ ਸੁਖਬੀਰ ਬਾਦਲ ਦੀ ਅਗਵਾਈ ਹੇਠਾਂ ਇਕੱਠੀ ਹੋ ਸਕਦੀ ਹੈ? ਦੇਖੋ ਜਗਤਾਰ ਜੀ, ਗੱਲ ਇਹ ਹੈਗੀ ਹੈ ਕਿ ਇੱਕ ਤੇ ਸਾਰਾ ਕੁਝ ਜਿਹੜਾ ਨਾ ਸੈਂਟਰਲਾਈਜ਼ਡ ਹੈ ਇਸ ਵੇਲੇ। ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਉਹਦੀ ਪਰਚੀ ਨਿਕਲਦੀ ਹੈ, ਜਥੇਦਾਰ ਦੀ ਵੀ ਪਰਚੀ ਨਿਕਲਦੀ ਹੈ। ਜਥੇਦਾਰ ਉਹਨਾਂ ਨੇ ਕਾਰਜਕਾਰੀ ਰੱਖਿਆ, ਉਹਨੂੰ ਪੱਕਾ ਹੀ ਨਹੀਂ ਕਰ ਰਹੇ, ਉਹ ਬੋਲੇ ਨਾ ਕੋਈ। ਮੈਨੂੰ ਇਹ ਲੱਗ ਰਿਹਾ ਹੈ ਕਿ ਜਿਸ ਢੰਗ ਦੇ ਨਾਲ ਮਗਰਲੇ ਟਾਈਮ ਦੇ ਵਿੱਚ ਇਲੈਕਸ਼ਨ ਸ਼੍ਰੋਮਣੀ ਕਮੇਟੀ ਦੀ 14 ਸਾਲ ਹੋ ਗਏ ਨੇ, ਨਹੀਂ ਹੋਈ, 5 ਸਾਲ ਬਾਅਦ ਹੋਣੀ ਚਾਹੀਦੀ ਹੈ। ਸੋ ਇਹ ਜਿਵੇਂ ਕੁਝ ਲੋਕਾਂ ਨੇ ਆਪਣੀ ਪਕੜ ਬਣਾ ਕੇ ਰੱਖਣ ਲਈ ਜਿਹੋ ਜਿਹਾ ਸਿਸਟਮ ਬਣਾ ਦਿੱਤਾ ਹੋਇਆ ਹੈ, ਉਹਦੇ ਕਰਕੇ ਨਿਗਾਰ ਬਹੁਤ ਜ਼ਿਆਦਾ ਆ ਗਿਆ ਹੋਇਆ ਹੈ ਔਰ ਕੁਝ ਲੋਕ ਜਿਹੜੇ ਨੇ ਉਹ ਆਪਣਾ ਕਬਜ਼ਾ ਛੱਡਣ ਨੂੰ ਤਿਆਰ ਹੀ ਨਹੀਂ ਹੈਗੇ। ਅਸਲੀ ਪ੍ਰੋਬਲਮ ਆ ਹੈਗੀ ਹੈ। ਮੈਨੂੰ ਜੋ ਗੱਲ ਨਜ਼ਰ ਆ ਰਹੀ ਹੈ ਕਿ ਤੁਸੀਂ ਦੇਖੋ ਕਿ ਹੁਣ ਤੁਸੀਂ ਵੀ ਪੜ੍ਹਿਆ ਹੋਣਾ, ਕੱਲ ਅਖਬਾਰਾਂ 'ਚ ਆਇਆ ਸੀ ਕਿ ਜੀ ਗਵਰਨਮੈਂਟ ਆਫ ਇੰਡੀਆ ਨੇ ਕਣਕ ਦੇ ਉੱਤੇ ਜਿਹੜੀ ਐਕਸਪੋਰਟ ਤੇ ਬੈਨ ਲਾਤਾ, ਪਾਬੰਦੀ ਲਾਤੀ ਹੈ ਇੱਕ ਸਾਲ। ਦੇਖੋ ਤੁਸੀਂ ਇੱਕ ਅੰਦਾਜ਼ਾ ਲਗਾਓ ਕਿ ਤੁਸੀਂ ਛੋਟੀ ਤੋਂ ਛੋਟੀ ਚੀਜ਼ ਪੈਨ ਬਣਾ ਲਓ, ਪੈਨਸਲ ਬਣਾ ਲਓ, ਤੁਹਾਨੂੰ ਐਕਸਪੋਰਟ ਕਰਨ ਤੇ ਪਾਬੰਦੀ ਨਹੀਂ। ਹਿੰਦੁਸਤਾਨ ਦਾ ਹਰ ਬੰਦਾ ਜੋ ਮਰਜ਼ੀ ਪ੍ਰੋਡਿਊਸ ਕਰੇ, ਉਹ ਦੁਨੀਆ ਜਿੱਥੇ ਮਰਜ਼ੀ ਜਾ ਕੇ ਵੇਚੇ, ਅਧਿਕਾਰ ਹੈ ਉਹਦਾ, ਉਹਨੂੰ ਅਧਿਕਾਰ ਹੈ। ਔਰ ਕਈ ਆਈਟਮਸ ਇਹੋ ਜਿਹੀਆਂ ਹੈ ਜਿਨ੍ਹਾਂ ਤੇ ਗਵਰਨਮੈਂਟ ਤੁਹਾਨੂੰ ਨਾਲ ਸਬਸਿਡੀ ਦਿੰਦੀ ਹੈ। ਜੇ ਤੁਸੀਂ 100 ਕਰੋੜ ਦੀ ਐਕਸਪੋਰਟ ਕਰੋਗੇ ਤੇ ਤੁਹਾਨੂੰ ਨਾਲ 20 ਕਰੋੜ ਰੁਪਇਆ ਗਵਰਨਮੈਂਟ ਦੇਵੇਗੀ। ਲੇਕਿਨ ਐਗਰੀਕਲਚਰ ਇੱਕ ਇਹੋ ਜਿਹੀ ਚੀਜ਼ ਹੈ, ਉਹ ਕਹਿੰਦੇ ਨੇ ਕਿ ਕਣਕ ਤੇ ਝੋਨੇ ਦਾ ਰੇਟ ਹੈ, ਉਹ ਭਾਵੇਂ ਵਾਜਬ ਹੈ ਜਾਂ ਨਹੀਂ ਵਾਜਬ, ਤੁਸੀਂ ਬਾਹਰ ਨਹੀਂ ਭੇਜ ਸਕਦੇ, ਬਾਹਰ ਵੇਚ ਨਹੀਂ ਸਕਦੇ, ਸਾਡੇ ਤੋਂ ਇਲਾਵਾ ਕਿਸੇ ਨੂੰ ਵੇਚਣਾ ਨਹੀਂ, ਅਸੀਂ ਤੁਹਾਨੂੰ ਇੰਨੇ ਪੈਸੇ ਦਾਂਗੇ। ਮੈਨੂੰ ਦੱਸੋ ਇਨਸਾਫ ਕਿੱਥੇ ਹੈਗਾ? ਸਰਦਾਰ, ਤੁਹਾਨੂੰ ਯਾਦ ਹੋਣਾ ਹੈ, ਸਾਡੇ ਇੱਕ ਸਰਦਾਰ ਸਵਰਨ ਸਿੰਘ ਬੋਪਾ ਹੈ, ਪੰਜਾਬ ਦੇ IAS ਅਫਸਰ ਅੱਜ ਵੀ ਹੈਗੇ ਨੇ, ਉਹ ਇੱਕ ਟਾਈਮ ਤੇ ਧੜੱਲੇਦਾਰ ਸੀ, ਉਹ FCR ਹੁੰਦੇ ਸੀ। ਉਹਨਾਂ ਨੇ ਇੱਕ ਫੈਸਲਾ ਕਰਤਾ, ਇੱਕ ਅਪੀਲ ਆਈ ਉਹਨਾਂ ਕੋਲ ਜੀ, ਜਿਹੜੀ ਅਸੀਂ ਲਾਉਂਦੇ ਹੁੰਦੇ ਸੀ ਨਾ, ਇਹਦੇ ਤੇ ਸੀਲਿੰਗ ਲਾਉਂਦੇ ਸੀ ਜ਼ਮੀਨ ਤੇ। ਉਹ ਕਹਿੰਦੇ ਜੀ ਹਿੰਦੁਸਤਾਨ ਦੇ ਕਿਸੇ ਬਿਜ਼ਨਸ ਦੇ ਉੱਤੇ, ਕਿਸੇ ਕੰਮ ਦੇ ਉੱਤੇ ਸੀਲਿੰਗ ਨਹੀਂ ਹੈਗੀ। ਤੁਸੀਂ 100 ਕਰੋੜ ਦੀ ਕੰਪਨੀ ਲਾਓ ਜਾਂ 1 ਲੱਖ ਕਰੋੜ ਦੀ ਕੰਪਨੀ ਲਾਓ, ਕੋਈ ਸੀਲਿੰਗ ਨਹੀਂ, ਕੋਈ ਪਾਬੰਦੀ ਨਹੀਂ। ਇਹ ਐਗਰੀਕਲਚਰ ਤੇ ਪਾਬੰਦੀ ਕਿਉਂ ਹੈ ਵੀ ਤੁਸੀਂ 17 ਕਿੱਲੇ ਤੋਂ ਵੱਧ ਖੇਤੀ ਨਹੀਂ ਕਰ ਸਕਦੇ? ਇੱਕ ਕਿੱਤੇ ਨੂੰ ਤੁਸੀਂ ਕਿਉਂ ਟਾਰਗੇਟ ਕੀਤਾ ਹਿੰਦੁਸਤਾਨ ਦੇ ਵਿੱਚ? ਉਹ ਕਹਿੰਦੇ ਇਹ ਗਲਤ ਹੈ ਤੇ ਇਹ ਜਿਹੜਾ ਸੀਲਿੰਗ ਦਾ ਮੈਂ ਇਹਨੂੰ ਰੱਦ ਕਰਨਾ। ਉਹ ਮੈਨੂੰ ਉਹਨਾਂ ਨੇ ਉਦੋਂ ਦੱਸਿਆ, ਉਹ ਕਹਿੰਦੇ ਮੈਨੂੰ ਪਤਾ ਹੈ ਕਿ ਮੈਂ ਜਿਹੜਾ ਰੱਦ ਕੀਤਾ ਇਹ ਲਾਗੂ ਤੇ ਹੋਣਾ ਨਹੀਂ, ਪਰ ਕਹਿੰਦੇ ਮੈਂ ਤਾਂ ਸਿਰਫ ਇਸ਼ੂ ਰੇਜ਼ ਕੀਤਾ ਹੈ, ਇਹ ਕੋਰਟ ਨੇ ਕੱਲ ਨੂੰ ਸਟੇ ਕਰ ਦੇਣਾ ਸਰਕਾਰ ਸਾਰੀ। ਹੁਣ ਮੈਨੂੰ ਜਿਹੜੀ ਗੱਲ ਨਜ਼ਰ ਆ ਰਹੀ ਹੈ ਨਾ, ਤੁਸੀਂ ਦੇਖੋ ਕੋਈ ਸਾਡੀ ਪੰਜਾਬ ਦੀ ਪਾਰਟੀ ਬੋਲੀ ਕਣਕ ਦੇ ਇਸ਼ੂ ਤੇ ਕਿ ਤੁਸੀਂ ਕਿਉਂ ਕਰ ਰਹੇ ਹੋ? ਹਰਕਮਲ ਜੀ, ਬਹੁਤ ਵੱਡੀ ਗੱਲ ਹੈ, ਕਮਾਲ ਦੀ ਗੱਲ ਹੈ ਜਿਹੜੀ ਤੁਸੀਂ ਗੱਲ ਦਾ ਜ਼ਿਕਰ ਕੀਤਾ ਹੈ।
ਦੇਖੋ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਅਕਾਲੀ ਦਲ ਹਾਸ਼ੀਏ ਤੇ ਚਲਿਆ ਗਿਆ। ਇਹ ਉਹੀ ਅਕਾਲੀ ਦਲ ਹੈ, ਹਰਕਮਲ ਜੀ ਜਾਣਦੇ ਆ, ਕਿਤੇ ਨਰਮੇ ਦੇ ਭਾਅ ਡਿੱਗੇ ਤਾਂ ਇਹਨਾਂ ਨੇ ਵੱਡੇ ਵੱਡੇ ਨਜ਼ਾਰੇ। ਮੈਂ ਗਵਰਨਮੈਂਟ ਕਾਲਜ ਲੁਧਿਆਣਾ 'ਚ ਉਹਨਾਂ ਦਿਨਾਂ 'ਚ ਪੜ੍ਹਦਾ ਹੁੰਦਾ, ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਹੇਠਾਂ ਬਹੁਤ ਵੱਡਾ ਡੈਮੋਨਸਟ੍ਰੇਸ਼ਨ ਹੋਇਆ ਸਿਰਫ ਇਸੇ ਮੁੱਦੇ ਨੂੰ ਲੈ ਕੇ ਕਿ ਨਰਮੇ ਦੀਆਂ ਕੀਮਤਾਂ ਡਿੱਗ ਪਈਆਂ। ਹੁਣ ਵੱਧ ਤੋਂ ਵੱਧ ਕੀ ਕਰਨਗੇ ਕਿ ਇੱਕ ਬਿਆਨ ਜਾਰੀ ਕਰ ਦੇਣਗੇ, ਬਿਆਨ ਜਾਰੀ ਕਰਕੇ ਇਹਨਾਂ ਦਾ ਮਾਮਲਾ ਖਤਮ ਹੋ ਗਿਆ। ਜਾਣੀ ਕਿਸਾਨਾਂ ਦੇ ਹਿੱਤਾਂ 'ਚ ਲੜਨ ਵਾਲੀ ਜਿਹੜੀ ਪਾਰਟੀ ਸੀ ਅਕਾਲੀ ਦਲ, ਉਹ ਆਪਣਾ ਜਿਹੜਾ ਬੇਸ, ਆਪਣਾ ਆਧਾਰ ਹੀ ਖਤਮ ਕਰ ਚੁੱਕੀ ਹੈ। ਜਗਤਾਰ ਜੀ, ਇਹਨਾਂ ਦਾ ਮੈਂ ਜਿਹੜਾ ਹੁਣ ਸਟਾਈਲ ਨਵਾਂ ਬਣ ਗਿਆ ਨਾ, ਇਹ ਕਹਿੰਦੇ ਨੇ ਕਿ ਦਫ਼ਤਰ ਬਹੁਤ ਵਧੀਆ ਬਣਾ ਲਏ ਨੇ, ਏਸੀ ਲੱਗੇ ਨੇ, ਬਹੁਤ ਵਧੀਆ ਫਰਨੀਚਰ ਉੱਥੇ ਲੱਗੇ ਨੇ, ਇਹਨਾਂ ਦੇ ਸਟਾਫ ਰੱਖੇ ਨੇ ਅੱਗੇ ਬਹੁਤ ਵਧੀਆ ਅੰਗਰੇਜ਼ੀ ਬੋਲਣ ਵਾਲੇ, ਸਾਰਾ ਕਾਰਪੋਰੇਟ ਕਲਚਰ ਹੋ ਗਿਆ, ਪੂਰਾ ਕਾਰਪੋਰੇਟ ਬਣਾਤਾ, ਜਿਵੇਂ ਕਿਸੇ ਵੱਡੀ ਕੰਪਨੀ ਦਾ ਦਫ਼ਤਰ ਹੋਵੇ। ਉੱਥੇ ਪ੍ਰੈਸ ਨੋਟ ਬਣ ਰਹੇ ਨੇ, ਉੱਤੋਂ ਇੱਕ ਟੈਲੀਫੋਨ ਆ ਜਾਣਾ, ਜੀ ਅੱਜ ਇੱਕ ਫਲਾਣਾ ਇਸ਼ੂ ਇਹਦੇ ਤੇ ਪ੍ਰੈਸ ਨੋਟ ਬਣਾ ਦਿਓ, ਉਹ ਪ੍ਰੈਸ ਨੋਟ ਜਾਰੀ ਹੋ ਜਾਣਾ, ਗੱਡੀਆਂ ਹੈਗੀਆਂ, ਸਭ ਕੁਝ ਸਭ ਨੂੰ ਸਪਲਾਈ ਹੋ ਜਾਣਾ। ਕਈ ਵਾਰੀ ਦਿਲਚਸਪ ਗੱਲ ਇਹ ਵੀ ਹੈ ਜਿਹੜੀ ਤੁਸੀਂ ਪ੍ਰੈਸ ਨੋਟ ਦੀ ਗੱਲ ਕਰ ਰਹੇ ਹੋ, ਕਈ ਵਾਰੀ ਜਿਸ ਨੇਤਾ ਦੇ ਨਾਂ ਤੇ ਪ੍ਰੈਸ ਨੋਟ, ਤੁਹਾਨੂੰ ਵੀ ਤਜਰਬਾ ਹੋਏਗਾ, ਕਿਸ ਨੇਤਾ ਦੇ ਨਾਂ ਤੇ ਪ੍ਰੈਸ ਨੋਟ ਜਾਰੀ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ। ਬਾਅਦ ਤੁਹਾਡੇ ਵਰਗੇ ਸਾਡੇ ਵਰਗੇ ਜਰਨਲਿਸਟ ਪੁੱਛਦੇ ਆ। ਸੋ ਇਦਾਂ ਦੀ ਸਥਿਤੀ ਜਿਹੜੀ ਬਣੀ ਹੁਣ ਤੇ ਇਹ ਵੀ ਕਿ ਬਸ ਸਿਰਫ ਪ੍ਰੋਪੇਗੈਂਡੇ ਤੇ ਸਰਕਾਰ ਵੀ ਇਹੀ ਕੰਮ ਕਰ ਰਹੀ ਹੈ, ਸੋ ਦੂਜੀਆਂ ਪਾਰਟੀਆਂ ਵੀ ਉਹੀ ਕੰਮ ਕਰ ਰਹੀਆਂ। ਕੋਈ ਵੀ ਕਿਸੇ ਇਸ਼ੂ ਦੇ ਉੱਤੇ ਹੁਣ ਕਿਸੇ ਦੀ ਨਾ ਦਿਲਚਸਪੀ ਰਹਿ ਗਈ ਹੈ, ਨਾ ਉਹਦੇ ਲਈ ਉਹ ਸੰਜੀਦਾ ਹੈਗੇ ਨੇ, ਬਸ ਸਿਰਫ ਪ੍ਰਚਾਰ। ਜਿੱਦਾਂ ਦੀ ਸਥਿਤੀ ਬਣੀ ਵੀ ਹੈ ਹਰਕਮਲ ਜੀ, ਜਦੋਂ ਆਪਾਂ ਗੱਲ ਕਰ ਰਹੇ ਸੀ ਅਕਾਲੀ ਦਲ ਦੇ ਮੁੱਦੇ ਨੂੰ ਲੈ ਕੇ, ਅਕਾਲ ਤਖਤ ਦੇ ਜਥੇਦਾਰ ਨੇ ਵੀ ਕਿਹਾ ਕਿ ਏਕਤਾ ਹੋਣੀ ਚਾਹੀਦੀ ਹੈ। ਕੀ ਪੋਸੀਬਲ ਹੈਗਾ ਜਦੋਂ ਇਦਾਂ ਦੇ ਹਿੱਤ ਆਪਸ ਵਿੱਚ ਟਕਰਾਉਂਦੇ ਹੋਣਗੇ? ਕੀ ਲੱਗਦਾ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠਾਂ ਪੰਥਕ ਤਰ੍ਹਾਂ ਸਿਰ ਜੋੜ ਕੇ ਬੈਠ ਸਕਦੀਆਂ ਜਿੱਦਾਂ ਦੀ ਸਥਿਤੀ? ਕਿਉਂਕਿ ਇਹਦਾ ਕੋਈ ਲੰਮਾ ਕੋਈ ਇਹ ਤੇ ਹੈ ਨਹੀਂ ਕਿ ਇਹਦੇ ਲਈ ਕੁਝ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਉਹ ਕਹਿੰਦੇ ਅਕਾਲ ਤਖਤ ਦਾ ਜਥੇਦਾਰ ਸਾਰਿਆਂ ਲਈ ਆਦੇਸ਼ ਜਾਰੀ ਕਰੇ, ਅਸਤੀਫੇ ਦੇ, ਸੁਖਬੀਰ ਬਾਦਲ ਅਸਤੀਫਾ ਦੇਗਾ। ਇਹ ਵੀ ਕਿ ਜਰਨਲਿਸਟ ਦੇਖੀਏ ਤਾਂ ਬਹੁਤ ਵੱਡਾ ਸਵਾਲ ਹੈ, ਬਹੁਤ ਔਖਾ ਕੰਮ। ਜਗਤਾਰ ਜੀ, ਅੱਜ ਮੇਰੀ ਗੱਲ ਨੋਟ ਕਰ ਲਓ, ਪੰਜਾਬ 'ਚ ਇੱਕ ਸਪੇਸ ਖਾਲੀ ਪਈ ਹੋਈ ਹੈ। ਅਕਾਲੀ ਪਾਰਟੀ ਜਿਹੜੀ ਹੈ, ਇਹ ਇੱਕ ਜਿਸ ਮਕਸਦ ਲਈ ਬਣਾਈ ਗਈ ਸੀ, ਸਿੱਖ ਇਸ਼ੂਜ਼ ਲਈ, ਪੰਜਾਬ ਦੇ ਇਸ਼ੂਜ਼ ਲਈ, ਉਹਨਾਂ ਦੇ ਲਈ ਲੜਾਈ ਲੜਨ ਲਈ, ਜਦੋਜਹਿਦ ਕਰਨ ਲਈ, ਉੱਥੇ ਇਨਸਾਫ ਦਿਵਾਉਣ ਲਈ ਇਹ ਪਾਰਟੀ ਬਣੀ ਸੀ। ਉਹ ਇਸ਼ੂਜ਼ ਸਾਰੇ ਅਕਾਲੀ ਦਲ ਨੇ ਛੱਡਦੇ ਨੇ, ਉਹਨਾਂ ਦੇ ਉੱਤੇ ਕੋਈ ਧਿਆਨ ਨਹੀਂ। ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਕਿਸੇ ਦਿਨ ਕੋਈ ਮਰਦ ਗਮੜਾ ਖੜਾ ਹੋਏਗਾ, ਪਾਰਟੀ ਨਵੀਂ ਖੜੀ ਹੋਏਗੀ, ਕੋਈ ਬੰਦਾ ਇਹਨਾਂ ਇਸ਼ੂਜ਼ ਦੇ ਉੱਤੇ ਸੰਜੀਦਾ ਹੋ ਕੇ ਲੜਾਈ ਲੜੇਗਾ। ਜਿੱਦਨ ਕੋਈ ਲੜਨ ਲਈ ਤਿਆਰ ਹੋ ਗਿਆ, ਬਾਕੀ ਸਾਰੇ ਇਰੈਲੇਵੈਂਟ ਹੋ ਜਾਣੇ ਨੇ, ਕਿਸੇ ਨੇ ਬਾਕੀਆਂ ਨੂੰ ਪੁੱਛਣਾ ਨਹੀਂ ਹੈਗਾ, ਉਹ ਗੱਦੀਆਂ ਛੱਡਣ ਨਾ ਛੱਡਣ, ਸਿਰਫ ਸਾਨੂੰ ਉਸ ਸਮੇਂ ਦੀ ਵੇਟ ਕਰਨੀ ਪਏਗੀ। ਪਰ ਮੇਰੀ ਗੱਲ ਇੱਕ ਨੋਟ ਕਰ ਲਓ ਕਿ ਸਿਆਸਤ ਦੇ ਵਿੱਚ ਬਹੁਤ ਲੰਬਾ ਟਾਈਮ ਵੈਕਿਊਮ ਨਹੀਂ ਰਹਿੰਦਾ ਹੁੰਦਾ, ਕੋਈ ਨਾ ਕੋਈ ਆ ਕੇ ਬਦਲ ਬਣੇਗਾ ਜ਼ਰੂਰ, ਬਦਲ ਕੋਈ ਨਾ ਕੋਈ ਆ ਹੀ ਜਾਏਗਾ। ਬਿਲਕੁਲ ਸਹੀ ਕਹਿ ਰਹੇ ਹੋ। ਬਦਲ ਦੀ ਜਦੋਂ ਆਪਾਂ ਇਸ ਮੁੱਦੇ ਤੇ ਗੱਲ ਕਰਦੇ ਹਾਂ, ਜੇ ਪੰਜਾਬ ਦੀ ਪੋਲਿਟਿਕਸ ਦੀ ਆਪਾਂ ਹਰਕਮਲ ਜੀ ਗੱਲ ਕਰੀਏ, ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਦਾ ਕਾਂਗਰਸ ਦੀ ਸਥਿਤੀ ਬਣੀ ਹੋਈ ਹੈ, ਦੂਜੀਆਂ ਪਾਰਟੀਆਂ ਦੀ ਬਣੀ ਹੋਈ ਹੈ, ਕਾਂਗਰਸ ਪਾਰਟੀ ਦੇ ਵੀ ਇੱਕ ਜਿਹੜਾ ਨਵਜੋਤ ਸਿੱਧੂ ਬੜੇ ਵੋਕਲ ਨੇਤਾ, ਉਹਨਾਂ ਦਾ ਪੰਜਾਬ ਦੇ ਵਿੱਚ ਇੱਕ ਨਾਂ ਵੀ ਹੈਗਾ, ਉਹਨਾਂ ਵੱਲੋਂ ਵੀ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇੱਕ ਰਿਟ ਅਰਜੀ ਦਾਖਲ ਕੀਤੀ ਗਈ ਸੀ ਕਿ ਮੇਰੀ ਸਿਕਿਉਰਿਟੀ ਦਾ ਮੁੱਦਾ ਹੈਗਾ। ਕੀ ਲੱਗਦਾ ਹੈ ਕਿ ਜਿਹੜਾ ਲੀਡਰਸ਼ਿਪ ਹੈ ਪੰਜਾਬ ਦੀ, ਜਿਸ ਤਰੀਕੇ ਨਾਲ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾਈ, ਹੁਣ ਉਹ ਕਹਿੰਦੇ ਮੇਰੀ ਸਿਕਿਉਰਿਟੀ ਘਟਾਈ, ਕੀ ਇੱਦਾਂ ਦੇ ਮੁੱਦਿਆਂ ਨਾਲ ਸਿਕਿਉਰਿਟੀਆਂ ਘਟਾ ਕੇ ਵਧਾ ਕੇ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਕੋਈ ਦਬਾਇਆ ਜਾ ਸਕਦਾ ਜਾਂ ਰੋਕਿਆ ਜਾ ਸਕਦਾ? ਦੇਖੋ ਜਗਤਾਰ ਜੀ, ਇੱਕ ਜਿਹੜੀ ਸਿਕਿਉਰਿਟੀ ਹੈ ਨਾ, ਇਹ ਵੀ ਇੱਕ ਇਹੋ ਜਿਹਾ ਮੁੱਦਾ ਬਣ ਗਿਆ ਹੈ। ਮੈਨੂੰ ਪਤਾ, ਮੈਂ ਜਦੋਂ ਪੱਤਰਕਾਰੀ 'ਚ ਆਇਆ ਸੀ, ਚੀਫ ਮਿਨਿਸਟਰ ਦੇ ਨਾਲ ਇੱਕ ਗਨਮੈਨ ਹੁੰਦਾ ਸੀ, ਸੀਐਮ ਦੀ ਗੱਡੀ 'ਚ ਅੱਗੇ ਇੱਕ ਗਨਮੈਨ ਬੈਠਦਾ ਸੀ ਪਿਸਟਲ ਲੈ ਕੇ, ਕੋਈ ਨਾਲ ਅੱਗੇ ਪਿੱਛੇ 6 ਗੱਡੀਆਂ ਨਹੀਂ ਸੀ ਹੁੰਦੀਆਂ। ਮੈਂ ਬਾਦਲ ਸਾਹਿਬ ਨੂੰ ਬੜਾ ਲੰਬਾ ਟਾਈਮ ਦੇਖਦਾ ਰਿਹਾ, ਉਹਨਾਂ ਦੇ ਨਾਲ ਵੀ ਇੱਕ ਗਨਮੈਨ ਗੱਡੀ 'ਚ ਹੁੰਦਾ ਸੀ। ਇਹ ਲੇਕਿਨ ਜਿਹੜਾ ਮਗਰਲੇ ਇਹ ਜਦੋਂ ਅੱਤਵਾਦ ਪੰਜਾਬ 'ਚ ਆਇਆ, ਉਹਦੇ ਤੋਂ ਬਾਅਦ ਜਿਹੜਾ ਇੱਕ ਸਿਕਿਉਰਿਟੀ ਦਾ ਇੱਕ ਨਵਾਂ ਇਸ਼ੂ ਖੜਾ ਹੋ ਗਿਆ। ਮੇਰੇ ਖਿਆਲ 'ਚ ਅੱਜ ਦੀ ਡੇਟ 'ਚ ਬਹੁਤੇ ਲੋਕਾਂ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ, ਲੇਕਿਨ ਇੱਕ ਸਟੇਟਸ ਸਿੰਬਲ ਬਣ ਗਿਆ। ਜਿਹੜਾ ਵੀ ਕੋਈ ਚੇਅਰਮੈਨ ਬਣ ਜਾਂਦਾ ਨਾ, ਦੇਖੋ ਐਵੇਂ ਟੁੱਟੀ ਜੀ ਤਾਂ ਤੇ ਚੇਅਰਮੈਨ ਕਿਸੇ ਨੂੰ ਲਾ ਦਿਓ ਤੁਸੀਂ। ਮੋਸਟਲੀ ਪੰਜਾਬ ਦੀਆਂ ਕਾਰਪੋਰੇਸ਼ਨਾਂ ਦਾ ਘਾਟੇ 'ਚ ਹੀ ਹੈ ਜੀ, ਜਿਹੜੀਆਂ ਪੜੀਆਂ ਕਾਰਪੋਰੇਸ਼ਨਾਂ ਜਿਨ੍ਹਾਂ ਕੋਲ ਦਫ਼ਤਰ ਵੀ ਨਹੀਂ ਹੈਗੇ, ਜਿਹੜਾ ਉਹਦਾ ਵੀ ਚੇਅਰਮੈਨ ਬਣ ਜਾਂਦਾ ਹੈ ਜੀ, ਉਹ ਕਹਿੰਦਾ ਜੀ ਮੇਰੇ ਹੁਣ ਅੱਗੇ ਵੀ ਪਾਇਲਟ ਲਾਓ ਤੇ ਪਿੱਛੇ ਵੀ ਇੱਕ ਨਾਲ ਐਸਕॉर्ट ਲਾਓ, ਮੇਰੇ ਨਾਲ 30 ਬੰਦੇ ਤੇ ਪੁਲਿਸ ਵਾਲੇ ਜ਼ਰੂਰ ਚਾਹੀਦੇ ਨੇ।
ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਸਾਡੇ ਸਿਆਸਤਦਾਨ ਨੇ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਉਹਨਾਂ ਦਾ ਆਪਣਾ ਜਿਹੜਾ ਮੁੱਲ ਹੈਗਾ ਹੈ, ਇੱਕ ਸਿਪਾਹੀ ਜਿੰਨਾ ਵੀ ਨਹੀਂ ਹੈਗਾ। ਉਹ ਸਮਝਦੇ ਨੇ ਵੀ ਜੇ ਮੇਰੇ ਨਾਲ ਇੱਕ ਸਿਪਾਹੀ ਇੱਕ ਬੰਦੂਕ ਲੈ ਕੇ ਖਲੋ ਜਾਏਗਾ ਤੇ ਮੇਰਾ ਮੁੱਲ ਪੈ ਜਾਏਗਾ, ਅਦਰਵਾਈਜ਼ ਉਹ ਚੇਅਰਮੈਨ ਸਾਹਿਬ ਦਾ ਮੁੱਲ ਕੋਈ ਨਹੀਂ ਜਾਂ ਮੰਤਰੀ ਸਾਹਿਬ ਦਾ ਮੁੱਲ ਕੋਈ ਨਹੀਂ ਹੈਗਾ। ਸੋ ਇਹ ਜਿਹੜੀ ਇੱਕ ਸੋਚ ਆ ਗਈ ਹੈ ਨਾ, ਮੈਨੂੰ ਲੱਗਦਾ ਹੈ ਇਹ ਬੜੀ ਖਤਰਨਾਕ ਹੈ ਔਰ ਵੇਸਟੇਜ ਇੰਨੀ ਵੱਡੀ ਹੈ। ਤੁਸੀਂ ਦੇਖੋ ਸਿਕਿਉਰਿਟੀ ਦੇ ਨਾਂ ਤੇ ਕੈਨੇਡਾ ਵਰਗਾ ਜਿਹੜਾ ਮੁਲਕ ਹੈ, ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਉਹਦੇ ਨਾਲ ਕੋਈ ਸਿਕਿਉਰਿਟੀ ਨਹੀਂ ਹੈਗੀ। ਮੈਂ ਹੈਰਾਨ ਹੋ ਗਿਆ ਕੈਨੇਡਾ ਜਾ ਕੇ, ਜਿਹੜੀ ਉਹਨਾਂ ਦੀ ਸਟੇਟ ਹੈ ਸਾਡੀ ਸਟੇਟ ਨਾਲੋਂ ਬਹੁਤ ਪਾਵਰਫੁਲ ਹੈ, ਬਹੁਤ ਵੱਡੀਆਂ ਸਟੇਟਾਂ ਨੇ। ਚੀਫ ਮਿਨਿਸਟਰ ਨੂੰ ਸਰਕਾਰੀ ਘਰ ਨਹੀਂ ਮਿਲਦਾ, ਚੀਫ ਮਿਨਿਸਟਰ ਨੂੰ ਸਰਕਾਰੀ ਕਾਰ ਨਹੀਂ ਮਿਲਦੀ, ਚੀਫ ਮਿਨਿਸਟਰ ਨੂੰ ਸਰਕਾਰੀ ਡਰਾਈਵਰ ਨਹੀਂ ਮਿਲਦਾ, ਚੀਫ ਮਿਨਿਸਟਰ ਨੂੰ ਕੋਈ ਸਿਕਿਉਰਿਟੀ ਨਹੀਂ ਮਿਲਦੀ। ਈਵਨ ਤੁਸੀਂ ਕੈਨੇਡਾ ਦੀ ਗੱਲ ਕਰਦੇ ਹੋ ਹਰਕਮਲ ਜੀ, ਮੈਂ ਕਹਿੰਦਾ ਇਹ ਸਾਡੇ ਨਾਲ ਜਿਹੜੇ ਨਾਰਥ ਵਾਲੇ ਹੈਗੇ ਆ, ਚਾਹੇ ਚੀਫ ਮਿਨਿਸਟਰ ਹੈ ਜਾਂ ਪੋਲੀਟੀਕਲ ਲੋਕ ਹੈਗੇ, ਇਹਨਾਂ ਨੂੰ ਥੋੜ੍ਹਾ ਜ਼ਿਆਦਾ ਇੱਦਾਂ ਦਾ ਸ਼ੌਕ ਹੈ। ਜੇ ਤੁਸੀਂ ਸਾਊਥ ਵੀ ਜਾਓ ਨਾ, ਆਪਣਾ ਜਰਨਲਿਸਟਾਂ ਦਾ ਇੱਕ ਗਰੁੱਪ ਜਿਹੜਾ ਕੇਰਲਾ 'ਚ ਟੂਰ 'ਤੇ ਗਿਆ, ਅਸੀਂ ਉੱਥੇ ਇੱਕ ਮਿਨਿਸਟਰ ਨੂੰ ਮਿਲਣ ਗਏ ਤਾਂ ਉਹਦੇ ਘਰ ਅੱਗੇ, ਚਲੋ ਇੱਕ ਬੋਲਚਾਲ ਦੀ ਭਾਸ਼ਾ 'ਚ ਮੈਂ ਗੱਲ ਕਰ ਰਿਹਾ, ਇੱਕ ਟੁੱਟਾ ਜਿਹਾ ਪੁਲਿਸ ਵਾਲਾ ਉਹ ਮਿਨਿਸਟਰ ਦੇ ਘਰ ਅੱਗੇ ਖੜਾ, ਕੋਈ ਸਿਕਿਉਰਿਟੀ ਨਹੀਂ, ਕੋਈ ਇੱਦਾਂ ਦਾ ਖਾਸ ਜਿਹੜਾ ਹੈਗਾ ਤਾਮ ਝਾਮ ਨਹੀਂ ਹੈ, ਜਿਵੇਂ ਆਪਣੇ ਤਾਂ ਕੋਈ ਨੇੜੇ ਨਹੀਂ ਲੱਗਣ ਦਿੰਦਾ, ਇਹੋ ਜਿਹੀ ਸਥਿਤੀ। ਪਰ ਕਈ ਵਾਰੀ ਇਹ ਮਾਮਲੇ ਨਾ ਮਹਿੰਗੇ ਵੀ ਪੈ ਜਾਂਦੇ। ਹੁਣ ਆਪਾਂ ਸਿੱਧੂ ਮੂਸੇਵਾਲਾ ਦੀ ਗੱਲ ਕਰ ਰਹੇ ਹਾਂ, ਤਾਂ ਜਦੋਂ ਇਲੈਕਸ਼ਨ ਚੱਲ ਰਹੀ ਹੈ ਜਲੰਧਰ ਦੇ ਵਿੱਚ, ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ, ਉਹਨਾਂ ਦੇ ਫਾਦਰ ਬਲਕੌਰ ਸਿੰਘ ਤੇ ਉਹਨਾਂ ਦੇ ਮਦਰ, ਇਸ ਵੇਲੇ ਜਲੰਧਰ ਦੇ ਵਿੱਚ ਉਹਨਾਂ ਨੇ ਕਾਫੀ ਵੱਡਾ ਵਕਤ ਖੜਾ ਕਰਿਆ ਪਿਆ ਆਮ ਆਦਮੀ ਪਾਰਟੀ ਨੂੰ, ਸਿਰਫ ਇਸ ਗੱਲ ਦੇ ਲਈ ਖੜਾ ਕੀਤਾ ਪਿਆ ਕਿ ਵੀ ਸਾਡੇ ਬੱਚੇ ਨੂੰ, ਸਾਡੇ ਬੇਟੇ ਨੂੰ ਤੁਸੀਂ ਸਿਕਿਉਰਿਟੀ ਇਸ ਤਰ੍ਹਾਂ ਵਾਪਸ ਲਈ ਤੇ ਉਹਦੀ ਹੱਤਿਆ ਹੋਈ। ਉਹ ਕਹਿੰਦੇ ਅਸੀਂ ਨਿਆਂ ਤੇ ਇਨਸਾਫ, ਉਹ ਵੱਡਾ ਮਾਮਲਾ ਬਣਿਆ ਪਿਆ। ਜਿਹੜਾ 15,000 ਬੰਦਾ 16,000 ਬੰਦਾ ਸੀ ਇਸ ਵੇਲੇ ਸਿਕਿਉਰਿਟੀ ਤੇ ਲਾਇਆ ਪੰਜਾਬ 'ਚ, ਭਗਵੰਤ ਮਾਨ ਦੇ ਨਾਲ ਹੀ 1,000 ਬੰਦਾ ਸਿਕਿਉਰਿਟੀ ਦਾ। ਜੇ ਉਹ 15-16,000 ਬੰਦੇ ਨੂੰ ਤੁਸੀਂ ਐਂਟੀ ਗੈਂਗਸਟਰ ਲਾ ਦਿਓ, ਐਂਟੀ ਕ੍ਰਿਮੀਨਲ ਲਾ ਦਿਓ, ਉਸ 15-16,000 ਬੰਦੇ ਨੂੰ ਪੰਜਾਬ 'ਚ ਇਹ ਸਪੈਸ਼ਲ ਕੰਮ ਤੇ ਲਾ ਦਿਓ, ਮੇਰੇ ਖਿਆਲ ਪੰਜਾਬ 'ਚ ਵੈਸੇ ਹੀ ਲਾਅ ਐਂਡ ਆਰਡਰ ਠੀਕ ਹੋ ਜਾਏਗਾ। ਇਹ ਸਾਰੀ ਦੁਨੀਆ 'ਚ ਕਨਸੈਪਟ ਇਹ ਹੈਗਾ ਕਿ ਤੁਸੀਂ ਹਰ ਸ਼ਹਿਰੀ ਨੂੰ ਸਿਕਿਉਰਿਟੀ ਦਿਓ, ਆਪਣੇ ਮੁਲਕ ਦੇ, ਆਪਣੇ ਸ਼ਹਿਰ ਦੇ ਹਰੇਕ ਸ਼ਹਿਰੀ ਨੂੰ ਸਿਕਿਉਰਿਟੀ ਦਿਓ। ਸਾਡੇ ਕਨਸੈਪਟ ਉਲਟ ਹੈ ਕਿ ਕੁਝ ਥੋੜ੍ਹੇ ਜਿਹੇ ਬੰਦਿਆਂ ਨੂੰ ਸਿਕਿਉਰਿਟੀ ਦਿਓ, ਬਾਕੀ ਮਰਦੇ ਨੇ ਮਰੀ ਜਾਣ। ਹੁਣ ਜਿਹੜਾ ਇਹ ਸੋਚ ਹੈ ਨਾ ਕਿ ਤੁਸੀਂ ਇੱਕ ਖੈਰ ਪਾਉਣੀ ਕਿਸੇ ਨੂੰ, ਵੀ ਜਿਵੇਂ ਮੂਸੇ ਵਾਲੀ ਦੀ ਤੁਸੀਂ ਕਦੀ ਸਿਕਿਉਰਿਟੀ ਲੈ ਲਈ, ਕਦੀ ਦੇ ਦਿੱਤੀ, ਉਹ ਨਵਜੋਤ ਰੋ ਰਿਹਾ, ਕਦੀ ਉਹਨੂੰ ਸਿਕਿਉਰਿਟੀ ਦੇ ਦਿਓ, ਲੋਕਾਂ ਨੂੰ ਬਲੈਕਮੇਲ ਕਰੋ ਸਿਕਿਉਰਿਟੀ ਦੇ ਨਾਂ ਤੇ। ਇਹ ਵੀ ਇੱਕ ਆਪਣੇ ਆਪ 'ਚ ਇੱਕ ਸਰਕਾਰ ਦੇ ਕੋਲ ਹਥਿਆਰ ਹੈਗਾ। ਪਰ ਜਿੱਦਾਂ ਦੀ ਰਕਮ ਦੀ ਹੁਣ ਸਥਿਤੀ, ਜਿਹੜਾ ਹਥਿਆਰ ਕਦੇ ਇਸਤੇਮਾਲ ਪੋਲੀਟੀਕਲ ਤੌਰ ਤੇ ਵਰਤਦੇ ਆ, ਹੁਣ ਜਲੰਧਰ ਦੇਖੋ ਵੱਡੀ ਟਸਲ ਉੱਥੇ ਬਣੀ ਵੀ ਹੈ, ਜੋ ਨਤੀਜੇ ਆਉਣਗੇ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ, ਜੋ ਫੈਸਲਾ ਆਏਗਾ ਜਲੰਧਰ ਦੇ ਲੋਕਾਂ ਦਾ ਉਹ ਤਾਂ ਹੈ ਹੀ ਹੈ। ਪਰ ਬਲਕੌਰ ਸਿੰਘ ਦਾ ਜਾਣਾ ਤੇ ਉਹਨਾਂ ਦੀ ਵਾਈਫ ਦੇ, ਜਾਣੀ ਸਿੱਧੂ ਮੂਸੇਵਾਲੇ ਦੇ ਮਦਰ ਦਾ ਉੱਥੇ ਜਾਣਾ, ਜਾ ਕੇ ਮੈਨੂੰ ਲੱਗਦਾ ਕਿ ਉਹਦਾ ਬੜਾ ਅਸਰ ਵੱਡਾ ਵਕਤ ਪਏਗਾ। ਕਿਵੇਂ ਲੱਗਦਾ ਕਿ ਅਸਰ ਪਏਗਾ ਇਸ ਗੱਲ ਦਾ? ਦੇਖੋ ਲੋਕਾਂ ਦੇ ਉੱਤੇ ਉਹਦਾ ਬੜਾ ਅਸਰ ਹੈਗਾ। ਸਿੱਧੂ ਮੂਸੇਵਾਲੇ ਦਾ ਆਪਣੇ ਆਪ 'ਚ ਬਹੁਤ ਵੱਡਾ ਨਾਂ ਸੀ। ਪੰਜਾਬ ਦੇ ਲੋਕਾਂ ਦੀ ਉਹਦੇ ਮਾਤਾ ਨਾਲ ਜਾਂ ਉਹਦੇ ਪਿਤਾ ਨਾਲ ਬਹੁਤ ਸਿੰਪਥੀ ਹੈਗੀ ਹੈ। ਲੋਕਾਂ ਨੂੰ ਉਹਦੇ ਜਾਣ ਦਾ ਬਹੁਤ ਦੁੱਖ ਹੈਗਾ। ਸੋ ਮੈਨੂੰ ਇਹ ਲੱਗਦਾ ਕਿ ਉਹਨਾਂ ਦਾ ਉੱਥੇ ਜਾ ਕੇ ਲੋਕਾਂ 'ਚ ਇਹ ਕਹਿਣਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾਓ। ਉਹ ਇਹ ਕਹਿ ਰਹੇ ਨੇ ਕਿ ਤੁਸੀਂ ਹੋਰ ਜਿਹੜੀ ਮਰਜ਼ੀ ਪਾਰਟੀ ਨੂੰ ਪਾਓ, ਪਰ ਇਹਨੂੰ ਆਮ ਆਦਮੀ ਪਾਰਟੀ ਨੂੰ ਨਹੀਂ ਪਾਉਣੀ। ਤੁਸੀਂ, ਮੇਰੇ ਖਿਆਲ ਇਹਦਾ ਅਸਰ ਬਹੁਤ ਹੋਏਗਾ। ਤੁਸੀਂ ਅਪਰੋਚ ਦੀ ਗੱਲ ਦੇਖੋ ਨਾ, ਤੁਸੀਂ ਯਾਦ ਹੋਏਗਾ ਤੁਹਾਨੂੰ ਜਦੋਂ ਵਿਧਾਨ ਸਭਾ ਦਾ ਸੈਸ਼ਨ ਪਿਛਲਾ ਸੀ, ਉੱਥੇ ਬਲਕੌਰ ਸਿੰਘ ਜਿਹੜਾ ਹੈਗਾ ਧਰਨੇ ਤੇ ਆ ਕੇ ਬੈਠੇ, ਉਹਨਾਂ ਨੇ ਕਿਹਾ ਵੀ ਮੈਂ ਆਪਣੇ ਬੇਟੇ ਦੇ ਜਿਹੜੇ ਦੋਸ਼ੀ ਹੈਗੇ ਜਿਨ੍ਹਾਂ ਨੇ ਕਤਲ ਕੀਤਾ, ਉਹਨਾਂ ਦੇ ਨਾਮ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦਾ, ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਉਚੇਚੇ ਤੌਰ ਤੇ ਜਿਹੜਾ ਇੱਕ ਕੈਬਨਿਟ ਮੰਤਰੀ ਨੇ ਆ ਕੇ ਉਹਨੂੰ ਕਿਹਾ ਵੀ ਕਿ ਇੱਕ ਸੈਸ਼ਨ ਨਿਕਲ ਜਾਂਦੇ ਜਾਂ ਸੈਸ਼ਨ ਦੇ ਬਾਅਦ ਤੁਹਾਡੀ ਮੁਲਾਕਾਤ ਕਰਾਵਾਂਗੇ। ਹੁਣ ਜਿਹੜਾ ਮੀਡੀਆ 'ਚ ਆਪਾਂ ਪੜ੍ਹ ਰਹੇ ਹਾਂ ਜਾਂ ਦੇਖ ਰਹੇ ਹਾਂ, ਉਹ ਕਹਿ ਰਿਹਾ ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ ਵੀ ਮੈਨੂੰ ਸੁਨੇਹੇ ਤਾਂ ਬੜੇ ਆਉਂਦੇ ਰਹੇ, ਪਰ ਇੱਕ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਨਾਲ ਮੁਲਾਕਾਤ ਵੀ ਨਹੀਂ ਕੀਤੀ। ਇਹ ਜਿਹੜੀ ਐਰੋਗੈਂਸੀ ਹੈ ਨਾ ਕਿ ਵੀ ਮੈਂ ਨਹੀਂ ਮਿਲਣਾ ਜਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਵੀ ਜੋ ਹੋ ਗਿਆ ਦੇਖੀ ਜਾਏਗੀ, ਉਹਦਾ ਵੀ ਨਤੀਜਾ ਜੇ ਕਿਤੇ ਉਹ ਸਿਕਿਉਰਿਟੀ ਵਾਲੇ ਮਾਮਲੇ 'ਚ ਫਿਰ ਉਹ ਕਹਿੰਦੇ ਇਕੱਲੀ ਸਿਕਿਉਰਿਟੀ ਤਾਂ ਤੁਸੀਂ ਜਿਹੜੀ ਵਾਪਸ ਕੀਤੀ, ਫਿਰ ਉਹਨੂੰ ਨਸ਼ਰ ਕੀਤਾ ਕਿ ਅਸੀਂ ਸਿਕਿਉਰਿਟੀ ਜਿਹੜੀ ਵਾਪਸ ਕੀਤੀ, ਉਹ ਵੀ ਬਹੁਤ ਵੱਡੀ ਥ੍ਰੈਟ ਦੀ ਇੱਕ ਵਜ੍ਹਾ ਬਣੀ। ਹੁਣ ਉਹ ਜਲੰਧਰ ਦੇ ਵਿੱਚ ਵੀ ਕਿਤੇ ਕਿਸੇ ਨਾ ਕਿਸੇ ਢੰਗ ਨਾਲੇ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ। ਜਿਹੜੀ ਐਰੋਗੈਂਸੀ ਦੀ ਆਪਾਂ ਗੱਲ ਕਰਦੇ ਹਾਂ ਹਰਕਮਲ ਜੀ, ਜਿਸ ਮੁੱਦੇ 'ਤੇ ਆਪਾਂ ਹੁਣ ਬਿਲਕੁਲ ਕਿਉਂਕਿ ਇਲੈਕਸ਼ਨ ਦੇ ਨਜ਼ਦੀਕ ਜਾ ਕੇ ਗੱਲ ਕਰ ਰਹੇ ਹਾਂ, ਤਾਂ ਮੈਂ ਕੌਮੀ ਪੱਧਰ ਦੇ ਇੱਕ ਸਵਾਲ ਵੀ ਦੇਖੋ, ਇਸ ਵੇਲੇ ਕਰਨਾਟਕ ਵੀ ਬਹੁਤ ਵੱਡੀ ਸਟੇਟ ਹੈ ਜਿੱਥੇ ਇਲੈਕਸ਼ਨ ਚੱਲ ਰਹੀ ਹੈ।
ਐਰੋਗੈਂਸੀ ਕਿਤੇ ਕੇਂਦਰ 'ਚ ਕੌਮੀ ਪੱਧਰ 'ਤੇ ਜੇ ਆਪਾਂ ਗੱਲ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਲੀਡਰਸ਼ਿਪ 'ਚ ਵੀ ਕਈ ਮੁੱਦਿਆਂ 'ਤੇ ਇਹੋ ਜਿਹੇ ਸਵਾਲ ਉੱਠਦੇ ਆ। ਕੀ ਲੱਗਦਾ ਕਿ ਕਰਨਾਟਕ ਦੇ ਜਿਹੜੇ ਨਤੀਜੇ ਆਉਣਗੇ ਉੱਥੇ ਕਾਂਗਰਸ ਵੀ ਬਹੁਤ ਵੱਡੀ ਦਾਅਵੇਦਾਰ ਹੈਗੀ ਹੈ, ਉਹ ਨਤੀਜੇ ਅਗਲੀ ਪਾਰਲੀਮੈਂਟ ਦੀ ਗੱਲ ਜਾਂ ਦੇਸ਼ 'ਚ ਕੀ ਪੋਲੀਟੀਕਲ ਟ੍ਰੈਂਡ ਰਹਿਣ ਜਾ ਰਿਹਾ ਉਸ ਨੂੰ ਵੀ ਪ੍ਰਭਾਵਿਤ ਕਰਨਗੇ, ਕਿਉਂਕਿ ਕਰਨਾਟਕਾ ਦਾ ਨਤੀਜਾ ਇੱਕ ਵੱਡਾ ਨਤੀਜਾ ਆਏਗਾ ਜਿਹੜਾ ਆਉਣ ਵਾਲੇ ਦਿਨਾਂ 'ਚ, ਜਿੱਦਾਂ ਆਪਣੇ ਪੰਜਾਬ ਦੀ ਇਲੈਕਸ਼ਨ ਹੈ, ਇੱਕ ਸੂਬੇ ਦੀ ਇਲੈਕਸ਼ਨ ਜਿਹੜੀ ਆ ਰਹੀ ਹੈ। ਦੇਖੋ ਜਗਤਾਰ ਜੀ, ਗੱਲ ਇਹ ਵੇ ਕਿ ਉੱਥੇ ਬੀਜੇਪੀ ਰਾਜ ਕਰ ਰਹੀ ਹੈ। ਇਹ ਸਾਡੇ ਦੇਸ਼ ਦੇ ਵਿੱਚ ਹਾਲ ਇਹੀ ਹੈ, ਜਿਹੜੇ ਸੂਬੇ 'ਚ ਜਿਹੜੀ ਸਰਕਾਰ ਹੈ ਨਾ ਉਹਨਾਂ ਦੀ ਕਾਰਗੁਜ਼ਾਰੀ ਇੱਕੋ ਜਿਹੀ ਹੈ ਜੀ, ਪਾਰਟੀ ਜਿਹੜੀ ਮਰਜ਼ੀ ਹੋਵੇ। 5 ਸਾਲਾਂ 'ਚ ਉਹਨਾਂ ਨੇ ਲੋਕਾਂ ਨੂੰ ਲੁੱਟਣਾ ਹੀ ਲੁੱਟਣਾ, ਤੰਗ ਕਰਨਾ ਹੀ ਕਰਨਾ, ਔਰ 5 ਸਾਲਾਂ 'ਚ ਲੋਕਾਂ ਨੇ ਉਹਨਾਂ ਤੋਂ ਤੰਗ ਆ ਕੇ ਉਹਨਾਂ ਨੂੰ ਕੱਢਣਾ ਹੀ ਕੱਢਣਾ ਇਸ ਕਰਕੇ ਕਿਉਂਕਿ ਕਰਦੇ ਕੁਝ ਨਹੀਂ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਇਸ ਮੁਲਕ ਦੇ ਵਿੱਚ ਤੁਸੀਂ ਸਮਝੋ ਕਿ ਇਹ ਵਰਤਾਰਾ ਹੀ ਇਹ ਬਣ ਗਿਆ ਕਿ ਜਿਹੜੀ ਮਰਜ਼ੀ ਪਾਰਟੀ, ਜਿੱਥੇ ਕਾਂਗਰਸ ਦੀ ਸਰਕਾਰ ਹੈ ਲੋਕੀ ਉਹਦੇ ਤੋਂ ਤੰਗ ਆ ਜਾਣਗੇ, ਜਿੱਥੇ ਬੀਜੇਪੀ ਦੀ ਸਰਕਾਰ ਹੈ ਲੋਕੀ ਉਹ ਤੋਂ ਤੰਗ ਆ ਜਾਣਗੇ। ਪੰਜਾਬ 'ਚ ਆਪ ਦੀ ਸਰਕਾਰ ਬਣਾਈ ਸੀ, ਲੋਕੀ ਸਾਲ 'ਚ ਤੰਗ ਆਏ ਪਏ ਨੇ। ਇਹ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਥਾਵਾਂ 'ਤੇ ਜਿਹੜਾ ਵੀ ਜਿਹਨੂੰ ਤਾਕਤ ਮਿਲਦੀ ਹੈ, ਇੱਕ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਰੋਗੈਂਸ ਨਸ਼ਾ ਇੰਨਾ ਆ ਜਾਂਦਾ ਸਰਕਾਰ ਦਾ, ਲੋਕਾਂ ਦੀ ਪਰਵਾਹ ਨਹੀਂ ਕਰਦੇ। ਉਹ ਕਹਿੰਦੇ ਬਸ ਜੀ ਹੁਣ ਅਸੀਂ ਤੇ ਅਸਮਾਨ ਤੇ ਆ, ਇਹ ਬਾਕੀ ਕੌਣ ਹੁੰਦੇ ਨੇ। ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਸਾਡੇ 'ਚ ਸੋਚ ਹੈਗੀ ਹੈ ਨਾ ਸਿਆਸਤਦਾਨਾਂ ਦੀ, ਇਹ ਜਦੋਂ ਤੱਕ ਨਹੀਂ ਬਦਲਦੀ ਉਦੋਂ ਤੱਕ ਹਾਲ ਹੀ ਰਹਿਣਾ, ਕਿਉਂਕਿ ਏਜੰਡਾ ਕੋਈ ਹੈ ਨਹੀਂ। ਏਜੰਡਾ ਇਹੀ ਹੈ ਵੀ ਸਰਕਾਰ ਲੈਣੀ ਹੈ, ਖੁੰਦਕਾਂ ਕੱਢਣੀ ਹੈ, ਲੋਕਾਂ ਨੂੰ ਰਗੜਨਾ ਹੈ, ਔਰ ਜੋ ਆਪਣਾ ਉਹਨਾਂ ਦਾ ਪਰਸਨਲ ਏਜੰਡਾ ਹੈ, ਚਾਹੇ ਉਹ ਪੈਸੇ ਬਣਾਉਣ ਦਾ ਹੈ ਜਾਂ ਕੋਈ ਹੋਰ ਹੈਗਾ, ਉਹਨੂੰ ਪੂਰਾ ਕਰਨਾ ਹੈ। ਕਮਲ ਜੀ, ਮੈਨੂੰ ਯਾਦ ਹੈ ਕਿ ਸੁਖਬੀਰ ਬਾਦਲ ਜੋ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਦਾ ਚਾਹੀਦਾ, ਸੁਖਬੀਰ ਬਾਦਲ ਬੜਾ ਹੁਬੋ ਆ ਕੇ ਕਹਿੰਦੇ ਹੁੰਦੇ ਸੀ ਕਿ ਵੀ 25 ਸਾਲ ਜਿਹੜਾ ਅਕਾਲੀ ਦਲ ਰਾਜ ਕਰੇਗਾ। ਕਿੱਧਰ ਗਏ 25 ਸਾਲ? ਕਿਉਂਕਿ ਜਦੋਂ ਲੋਕ ਫੈਸਲਾ ਕਰਦੇ ਆ ਨਾ ਜੀ, ਫਿਰ ਲੋਕ ਤੁਸੀਂ 5 ਸਾਲ ਉਹਨਾਂ ਦਾ ਕੰਮ ਕਰੋ ਨਾ ਕਰੋ, ਪਰ ਇੱਕ ਦਿਨ ਜਿੱਦਾਂ ਆਪਾਂ ਜਲੰਧਰ ਦੀ ਗੱਲ ਕੀਤੀ ਹੈ, ਇੱਕ ਦਿਨ ਮੌਕਾ ਆਉਂਦਾ ਲੋਕਾਂ ਦੇ ਹੱਥ ਜਦੋਂ ਬਦਲਾਵ ਦੀ ਗੱਲ ਕਰਦੇ ਆ। ਹੁਣ ਇੱਦਾਂ ਹੀ ਭਾਜਪਾ ਦੀ ਸਥਿਤੀ ਕੌਮੀ ਪੱਧਰ 'ਤੇ ਬਹੁਤ ਮਜ਼ਬੂਤ ਹੈ। ਜੇ ਕੋਈ ਸਵਾਲ ਉੱਠਦੇ, ਆਪਾਂ ਜਾਣਦੇ ਹਾਂ ਸਾਰੇ ਕਿ ਕਿੱਦਾਂ ਕਿਸਾਨੀ ਦੇ ਜੇ ਮਾਮਲੇ ਦੀ ਗੱਲ ਹੈ, ਤਿੰਨੇ ਖੇਤੀ ਕਾਨੂੰਨ ਕੀ ਗੱਲ ਸੀ, ਬਾਅਦ ਵਿੱਚ ਵਾਪਸ ਹੋਏ ਨਾ। ਹੁਣ ਇੱਦਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ। ਜੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਬੜੇ ਪੰਜਾਬ ਦੇ ਚਹੇਤੇ ਹਾਂ, ਸਿੱਖ ਭਾਈਚਾਰੇ ਦੇ ਬੜੇ ਚਹੇਤੇ ਹਾਂ, ਅਤੇ ਦੂਜੇ ਪਾਸੇ ਜਦੋਂ ਕਿਤੇ ਫੈਸਲਾ ਲੈਣ ਦੀ ਗੱਲ ਆਉਂਦੀ ਹੈ ਤਾਂ ਉਦੋਂ ਹੁਣ ਮੁੱਖ ਮੰਤਰੀ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਉਹ ਕਹਿੰਦਾ ਹੈ ਕਿ ਮੈਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹਾਂ, ਖੇਤੀ ਮੁੱਦਿਆਂ ਤੇ ਕਿਸਾਨਾਂ ਦੀ ਗੱਲ ਕਰਦਾ ਹਾਂ। ਜੇ ਲੀਡਰਸ਼ਿਪ ਜਿਹੜੀ ਪੋਲੀਟੀਕਲ ਲੀਡਰਸ਼ਿਪ ਲੋਕਾਂ ਦੀ ਗੱਲ ਕਰਦੀ ਹੋਵੇ ਤਾਂ ਸ਼ਾਇਦ 5 ਸਾਲ ਬਾਅਦ ਵੀ ਮੌਕਾ ਮਿਲ ਸਕਦਾ ਜਿੱਦਾਂ ਤੁਸੀਂ ਕਹਿੰਦੇ ਹੋ, ਪਰ 5 ਸਾਲ ਬਾਅਦ ਦਾ ਮੌਕਾ ਆਪਣੇ ਹੱਥੋਂ ਗਵਾ ਲੈਂਦੇ ਆ। ਇਹ ਕਿਤੇ ਇਮਤਿਹਾਨ ਲੱਗਦਾ ਕਿ ਜਿਹੜਾ ਜੋ ਇਸ ਵੇਲੇ ਸਥਿਤੀ ਬਣੀ ਹੈ ਭਾਜਪਾ ਦੇ ਲਈ ਵੀ ਬਹੁਤ ਵੱਡਾ ਇਮਤਿਹਾਨ ਹੈ। ਜੇ ਕਰਨਾਟਕਾ ਭਾਜਪਾ ਦੇ ਹੱਥੋਂ ਖੁੱਸ ਜਾਂਦਾ ਹੈ ਤਾਂ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ, ਬਿਲਕੁਲ ਭਾਜਪਾ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ, ਔਰ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਲਈ ਇੱਕ ਚੰਗੀ ਸ਼ੁਰੂਆਤ ਨਹੀਂ ਹੋਏਗੀ। ਭਾਜਪਾ ਲਈ ਕਿ ਪ੍ਰਭਾਵ ਬੜਾ ਸਪਸ਼ਟ ਜਾਏਗਾ ਕਿ ਭਾਜਪਾ ਲੂਜ਼ ਕਰ ਰਹੀ ਹੈ। ਬਿਲਕੁਲ ਠੀਕ। ਹਰਕਮਲ ਜੀ, ਹੁਣ ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਅਸੀਂ ਵਾਰਸਤਵਾਰ ਲਈ ਆਪਣੇ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਹੈ, ਮੈਂ ਤੇ ਹਰਕਮਲਜੀਤ ਸਿੰਘ ਇਜਾਜ਼ਤ ਲੈਂਦੇ ਹਾਂ। ਸਾਡੇ ਦੋਵਾਂ ਵੱਲੋਂ ਸਤਿ ਸ੍ਰੀ ਅਕਾਲ। ਤੇ ਜੀ ਅਗਲੇ ਹਫ਼ਤੇ ਤੁਹਾਡੀ ਕਚਹਿਰੀ 'ਚ ਇਹਨਾਂ ਮੁੱਦਿਆਂ ਨੂੰ ਲੈ ਕੇ ਮੁੜ ਹਾਜ਼ਰ ਹੋਵਾਂਗੇ।